वाहिगुरु जी का खालसा वाहिगुरु जी की फतेह। सतगुरां दी पावन हजूरी विच अत्यंत श्रद्धा दे सहत शाम के दीवाना विच आप जी जड़ बैठे हो। भागा भरिया अवसर गुरु कृपा सदका प्राप्त होया। आओ इस समय को सफला बनाइए। सतगुरां दी पावन अगमी कथा दे विचों आप जी ने सरवण कीता सी राय बुलार जियां दे प्रेम दा सदा लेके भाई पाला ते मरदाना जी कीमनाबाद भाई लालो जी दे घर पुजे ने। सतगुरां दे सन्मुख बेनतियां कीतियां। राय बुलार जी दे अंदर दी हालत पेश कीती। गुरु नानक साहब सच्चे पातशाह कहते भाई बाला जी चित साडा भी मिलन नूं करदा है पर पिता जी दे कलेश तो डर लगदा है इसलिए घर जाना नहीं चाहते। आखिरकार प्रेम अगे सतगुरां नूं झुकना पिया। भाई लालो जी दे पासों जो सतगुरां ने वदैगी मंगी उधर वो मन भर आए। गुरुदेव आप ते कहंदे सी एक महीना रह के जावांगे, हुण ते समय कोई अजे ते एक महीना भी पूरा नहीं होया। बड़े प्रेम की वदैगी सतगुर लै रहे ने। भाई लालो जी कदे समा लगे जरूर चल के आवांगे, अज सानू आग्या दे दिओ। बड़ी भावना श्रद्धा ते प्रेम की कथा नूं आप जी ने सरवण कीता है। आओ कुछ समा मन चित व्यक्तियां नूं एकाग्र चित बनाइए। पाओ प्रेम की सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा दिवस 25 आवास हम लालो रहे तमार। बासर घोरो पंच जे आमे तोर अगार। मेहरा दे साईं गुरु नानक साहब सच्चे पातशाह एमनाबाद शहर भाई लालो जी के घर तो जो वदैगी लैन लगे ना, जांदियां जांदियां सतगुरां ने अज वादा कीता है ऐ लालो तेरे नाल वचन कीता सी एक महीना तेरे घर रुकांगे पर सजण दे प्रेम अगे सानू झुकना पै गया। 25 दिन तेरे घर विच कट के चले आ, दिन रह गए 5। इकरार रहा तेरे कि 5 दिन साडे सिरे उत्ते एक भार हन। कदे भी समा मिलिया कि 5 दिन तेरी इस कुली विच कट के जावां। बहुत बड़े प्रेम की निशानी है। भाई लालो जी ने राय बुलार साहब का प्रेम उन्हां दी भावना समझी। और बजुर्ग ने क्योंकि भाई बाला जी ने कह दिता सी वो आप चाहते सी जे मैं बुढ़ापे की अवस्था विच ना हुंदा मैं ते बंदना डंडाओ करदा आउंदा है मना तुरिया नहीं जांदा। बड़ा प्यार दे के सतगुरु भाई लालो जी ने सीस ते हथ रख के वदैगी लेके अपने 2 साथियां दे समेत एमनाबाद नगर नूं शहर नूं छड्ड के तुर पए ने। चौपाई
ਹਸ ਕੇ ਚਲੇ ਸਕਲ ਗੁਣ ਖਾਨੀ ਤਬ ਲਾਲੋ ਪਦ ਬੰਦਨ ਥਾਨੀ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਭਾਈ ਲਾਲੋ ਜੀ ਨੇ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅੱਗੇ ਚੱਲੇ, ਭਾਈ ਬਾਲਾ ਜੀ ਪਿੱਛੇ ਪਿੱਛੇ, ਨਾਲ ਭਾਈ ਮਰਦਾਨਾ ਜੀ ਤੁਰਦੇ ਆ। ਪਰ ਉਹ ਪਿਆਰਾ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲਦਾ ਨਗਰ ਦੀ ਫਿਰਨੀ ਤੱਕ ਚੱਲ ਕੇ ਆਇਆ। ਭਾਈ ਲਾਲੋ ਵਧਾਈ ਦੇਣ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਜਣਾ ਹੁਣ ਤੇ ਮੁੜ ਜਾ, ਚਲਿਆ ਜਾ। ਭਾਈ ਲਾਲੋ ਜੀ ਫਿਰ ਪੁੱਠੇ ਪੈਰ ਸਤਿਗੁਰਾਂ ਵੱਲ ਮੁਖ ਕਰਕੇ ਵਾਪਸ ਜਾ ਰਹੇ ਨੇ। ਅੱਖਾਂ ਵਿੱਚ ਹੰਝੂਆਂ ਦੀ ਧਾਰ ਹੈ। ਆਏ ਨੇ ਘਰੇ, ਲਾ ਕੇ ਚੌਕੜਾ, ਲਾ ਕੇ ਦਰਵਾਜ਼ਾ ਬਹਿ ਗਏ। ਹੁਣ ਸੁਰਤ ਵਿੱਚ ਰੱਬ ਪਿਆਰਾ ਪ੍ਰੀਤਮ ਦਿਸਦਾ ਹੈ। ਉਹਦੇ ਨਾਲ ਬਤਾਇਆ ਹੋਇਆ ਸਮਾਂ, ਬਤਾਏ ਹੋਏ ਪਲ ਚੇਤੇ ਆਉਂਦੇ ਆ। ਕਿਉਂਕਿ ਕਿਵੇਂ ਕਿਵੇਂ ਭਾਈ ਲਾਲੋ ਆਪਣੀ ਮਿਹਨਤ ਕਰਕੇ ਭੱਜ ਕੇ ਆਉਂਦੇ ਸੀ ਸਤਿਗੁਰਾਂ ਦੀ ਸੇਵਾ 'ਚ ਲੱਗਣਾ, ਪ੍ਰਸ਼ਾਦਾ ਬਣਾਉਣਾ, ਜਲ ਛਕਾਉਣਾ, ਨਹਾਉਣ ਵਾਸਤੇ ਕਦੇ ਖੂਹ ਤੋਂ ਪਾਣੀ ਲੈ ਕੇ ਆਉਣਾ। ਉਹ ਹਰ ਪਲ ਦਾ ਖਿਆਲ ਚੇਤੇ ਚੁੰਦਾ ਹੈ। ਪਰ ਇੱਕ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ, 5 ਦਿਨ ਬਾਕੀ ਨੇ, ਸਾਹਿਬ ਜ਼ਰੂਰ ਆਉਣਗੇ। ਮੰਦ ਮੰਦ ਪਦ ਆਨੰਦ ਕੰਦਾ ਪਦਵੀ ਧਰਤ ਜੋ ਦਾਸ ਮਕੰਦਾ। ਇੱਧਰ ਗੁਣਾਂ ਦੇ ਖਜ਼ਾਨੇ, ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆ ਦਾ ਭਲਾ ਕਰਦੇ ਹੋਏ ਰਸਤੇ ਵਿੱਚ ਤੁਰ ਕੇ ਆ ਰਹੇ ਨੇ। ਏਮਨਾਬਾਦ ਤੋਂ ਰਾਏ ਭੋਏ ਦੀ ਤਲਵੰਡੀ। ਉਦੋਂ ਭਾਰਤ ਤੇ ਪਾਕਿਸਤਾਨ ਨਾਮ ਦਾ ਰੌਲਾ ਕੋਈ ਨਹੀਂ ਸੀ, ਸਭ ਕੋਈ ਦੇਸ਼ ਸੀ। ਰਾਏ ਭੋਏ ਦੀ ਤਲਵੰਡੀ ਦੇ ਰਾਹ ਸਤਿਗੁਰ ਚੱਲੇ ਨੇ। ਭਾਈ ਬਾਲਾ ਮਰਦਾਨਾ ਨਾਲ ਹਨ। ਰਸਤੇ ਵਿੱਚ ਵੀ ਸਤਿਗੁਰ ਜੀ ਰਾਏ ਬੁਲਾਰ ਜੀ ਦੇ ਬਾਰੇ ਪੁੱਛਦੇ, ਉਹਦੀਆਂ ਗੱਲਾਂ ਪੁੱਛਦੇ, ਉਹਨਾਂ ਬਾਰੇ ਪੁੱਛਦੇ ਆ, ਜਾਣਕਾਰੀ ਹਾਸਲ ਕਰਦੇ ਆ। ਇਹ ਪ੍ਰੇਮ ਦੀ ਨਿਸ਼ਾਨੀ ਸੀ। ਤੇ ਭਾਈ ਬਾਲਾ ਜੀ ਵੀ ਕਿਤੇ ਨਾ ਕਿਤੇ ਚਾਹੁੰਦੇ ਆ ਜੇ ਸਤਿਗੁਰ ਸੱਚੇ ਪਾਤਸ਼ਾਹ ਪਹਿਲਾਂ ਜਾ ਕੇ ਮਿਲ ਲੈਣ ਕਿੰਨਾ ਚੰਗਾ ਹੋਏਗਾ। ਕਿਤੇ ਗੁਰੂ ਨਾਨਕ ਸਾਹਿਬ ਵਰਗੇ ਪਿਤਾ ਨੂੰ ਨਾ ਮਿਲ ਲੈਣ। ਅੰਦਰ ਉਹਨਾਂ ਨੂੰ ਵੀ ਡਰ ਹੈ ਵੀ ਜਿਨ੍ਹਾਂ ਨੇ ਮੈਨੂੰ ਮਾਣ ਤਾਣ ਬਖਸ਼ਿਆ। ਫਿਰ ਰਹੀ ਗੱਲ ਭਾਈ ਮਰਦਾਨੇ ਦੀ, ਉਹਨਾਂ ਨੂੰ ਵੀ ਸਨਮਾਨਿਤ ਕੀਤਾ। ਪਿੱਛੇ ਆਪ ਜੀ ਨੇ ਸੁਣਿਆ, ਕਹਿੰਦੇ ਮੇਰਾ ਪੁੱਤ ਤੁਸੀਂ ਵਿਗਾੜਿਆ ਹੈ, ਮੇਰੇ ਪੁੱਤ ਨੂੰ ਬਰਬਾਦ ਕਰਕੇ ਰੱਖਤਾ ਤੁਸੀਂ ਦੋਨਾਂ ਨੇ। ਫਕੀਰਾਂ ਸਾਧਾਂ ਪਿੱਛੇ ਲਾ ਕੇ ਆਪ ਕਮਾਉਣਾ ਡਰਦਾ ਨਹੀਂ। ਉਹਨੂੰ ਦੱਸਦੇ ਦਾਨ ਪੁੰਨ ਕਰਿਆ ਕਰੋ। ਇਸ ਲਈ ਮਨ ਵਿੱਚ ਕਿਤੇ ਨਾ ਕਿਤੇ ਖੌਫ ਚੱਲਦਾ ਹੈ, ਜੇ ਸਤਿਗੁਰ ਜੀ ਸਿੱਧਾ ਘਰ ਚਲੇ ਗਏ ਨਾ, ਹੋ ਸਕਦਾ ਹੈ ਰਾਏ ਬੁਲਾਰ ਸਾਹਿਬ ਨਾਲ ਇਹ ਖੁਸ਼ੀ ਦੀ ਮੁਲਾਕਾਤ ਹੀ ਨਾ ਹੋਵੇ। ਪਹਿਲਾਂ ਹੀ ਉਹਨਾਂ ਜਾਣਸਾਰ ਬੋਲਣ ਲੱਗ ਜਾਣਾ, ਸਤਿਗੁਰਾਂ ਦੇ ਪਿਤਾ ਜੀ ਨੇ ਆ ਗਏ, ਕਰਤੀ ਘਰ ਦੀ ਬਰਬਾਦੀ। ਕਿਉਂਕਿ ਉਹ ਖੇਡਾਂ ਨੇ ਗੁਰੂ ਸਾਹਿਬ ਦੀ। ਭਾਈ ਬਾਲਾ ਜੀ ਦੇ ਦਿਲ ਦਾ ਫੁਰਨਾ ਗੁਰੂ ਨਾਨਕ ਪਾਤਸ਼ਾਹ ਨੇ ਜਾਣ ਲਿਆ। ਅੰਤਰਜਾਮੀ ਪ੍ਰੀਤਮ ਮੁਖ ਤੋਂ ਮੁਸਕਰਾਉਂਦੇ ਜਾਂਦੇ ਨੇ। ਸਪਤ ਸਰਬਰੀ ਪੰਥ ਬਿਤਾਈ ਚਲਤਿਓ ਤਲਵੰਡੀ ਨਿਜਰਾਈ। ਦਿਨ ਰਾਤ ਚੱਲਦੇ ਆ, 7 ਰਾਤਾਂ ਤੇ 7 ਦਿਨ ਸਤਿਗੁਰਾਂ ਬਤੀਤ ਕੀਤੇ। ਕਾਫੀ ਫਰਕ ਹੈ। ਜਦੋਂ ਰਾਏ ਭੋਏ ਦੀ ਤਲਵੰਡੀ ਤੋਂ ਏਮਨਾਬਾਦ ਗਏ ਉਦੋਂ ਲੱਗੇ 17 ਦਿਨ। ਅੱਜ 7 ਕਿਉਂ? ਇਸ ਲਈ ਕਿਉਂਕਿ ਅੱਜ ਗੁਰੂ ਸਾਹਿਬ ਕਿਸੇ ਸੇਵਕ ਸਿੱਖ ਦੇ ਘਰੇ ਰੁਕਦੇ ਨਹੀਂ ਜਾ ਰਹੇ, ਪੈਦਲ ਆ ਰਹੇ। 7 ਦਿਨਾਂ ਦੇ ਵਿੱਚ ਸਤਿਗੁਰ ਜੀ ਰਾਏ ਭੋਏ ਦੀ ਤਲਵੰਡੀ ਦੇ ਨੇੜੇ ਆਏ ਨੇ। ਕਹਿੰਦੇ ਇਸ ਨਗਰ ਨੂੰ ਝੁੱਕ ਕੇ ਦੂਰੋਂ ਨਮਸਕਾਰ ਕੀ। ਇੱਕ ਜਨਮ ਭੂਮੀ ਹੈ, ਦੂਜੀ ਇਸ ਧਰਤੀ ਤੇ ਮਹਾਨ ਮਹਾਂਪੁਰਖ ਰਹਿੰਦੇ ਆ। ਰਾਏ ਬੁਲਾਰ ਸਾਹਿਬ ਨਗਰ ਦੀ ਜੂਹ ਵਿੱਚ ਆਏ। ਬਾਹਰ ਖੜ ਕੇ ਸਤਿਗੁਰ ਕਹਿੰਦੇ ਬਾਲਿਆ ਏਡੀ ਦੂਰੋਂ ਤੇ ਆ ਗਏ ਆ, ਘਰੇ ਜਾਣ ਦੀ ਹਿੰਮਤ ਨਹੀਂ। ਆਖੋ ਸਤਿਨਾਮ। ਇੱਧਰ ਨੂੰ ਕਦਮ ਨਹੀਂ ਤੁਰਦੇ। ਕਿਤੇ ਨਾ ਕਿਤੇ ਡਰ ਲੱਗਦਾ ਹੈ ਪਿਤਾ ਜੀ ਰੁੱਖਾ ਬੋਲਣਗੇ। ਬਾਹਰ ਬੈਸ ਗਏ ਗਤ ਦਾਨਾ ਚੰਦਰ ਭਾਨ ਕੇ ਕੂਪ ਸਥਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਤੂੰ ਵੀ ਆਪਣੇ ਘਰ ਚਲਿਆ ਜਾ। ਮਰਦਾਨਿਆਂ ਤੂੰ ਵੀ ਚਲਿਆ ਜਾ। ਕਹਿੰਦੇ ਪਾਤਸ਼ਾਹ ਜੇ ਤੁਸੀਂ ਆਪਣੇ ਘਰ ਨਹੀਂ ਜਾਣਾ ਸਾਡੇ ਆ ਜਾਓ। ਅੰਤਰਜਾਮੀ ਜਾਣਦੇ ਆ ਵੀ ਪਹਿਲਾਂ ਤੁਹਾਡੇ ਨਾਲ ਕੀ ਕੁਝ ਹੋਇਆ। ਜੋ ਕੁਝ ਪਹਿਲਾਂ ਹੋਇਆ ਨਾ, ਸਾਡੀ ਵਜ੍ਹਾ ਕਰਕੇ ਸਾਡੇ ਪਿਤਾ ਤੁਹਾਡੇ ਘਰ ਆ ਕੇ ਬੋਲਣ, ਇਹ ਸਾਨੂੰ ਕਦਾਚਿਤ ਪਸੰਦ ਨਹੀਂ। ਬੜੀਆਂ ਬੇਨਤੀਆਂ ਭਾਈ ਬਾਲਾ ਜੀ ਨੇ ਕੀਤੀਆਂ। ਮਹਾਰਾਜ ਆਪਾਂ ਇੰਨੀ ਦੂਰੋਂ ਚੱਲ ਕੇ ਆ ਗਏ ਆ, ਇੱਥੋਂ ਕਿਉਂ ਨਹੀਂ ਅੱਗੇ ਜਾਣਾ? ਮਹਾਰਾਜ ਕਹਿੰਦੇ ਨਹੀਂ, ਘਰ ਨਹੀਂ ਜਾਣਾ। ਆਖਰਕਾਰ ਇੱਕ ਸਮਝੌਤਾ ਕੀਤਾ,
ਕਹਿੰਦੇ ਚੱਲ ਬਾਲਿਆ ਤੁਹਾਡੇ ਖੇਤਾਂ 'ਚ ਜਾਂਦੇ ਆ। ਭਾਈ ਬਾਲਾ ਜੀ ਸੰਧੂਆਂ ਦੀ ਗੋਦ ਵਿੱਚ, ਬਹੁਤ ਜ਼ਿਆਦਾ ਜ਼ਮੀਨਾਂ ਨੇ ਉਹਨਾਂ ਕੋਲ, ਚਰਖੇ ਜ਼ਮੀਨਾਂ ਉਹਨਾਂ ਕੋਲ, ਤੇ ਸਭ ਤੋਂ ਵੱਡਾ ਖੂਹ ਉਹਨਾਂ ਦਾ ਰਾਏ ਭੋਏ ਦੀ ਤਲਵੰਡੀ ਵਿੱਚ ਸੀ, ਤੇ ਖੂਹ ਉਹਨਾਂ ਦੇ ਪਿਤਾ ਦੇ ਨਾਂ ਤੇ ਹੈ, ਚੰਦਰਪਾਨ ਜੀ ਦੇ ਨਾਂ ਤੇ। ਅੱਜ ਵੀ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਕਰੀਬ ਭਾਈ ਬਾਲਾ ਜੀ ਦੇ ਪਿਤਾ ਦੇ ਨਾਂ ਤੇ ਉਹ ਪੁਰਾਤਨ ਖੂਹ ਲੱਗਿਆ ਹੋਇਆ। ਬੜੇ ਕਹਿੰਦੇ ਆ ਤਾਂ ਵੀ ਭਾਈ ਬਾਲਾ ਜੀ ਨਹੀਂ ਹੋਏ, ਉਹਨਾਂ ਨੂੰ ਲੈ ਕੇ ਜਾਓ ਖੂਹ ਤੇ ਫੜ ਕੇ, ਵੀ ਆਹ ਕੀ ਦਾ ਹੈ। ਪਰਿਵਾਰ ਦੀ ਵੰਸਾਵਲੀ ਚੱਲੀ ਆਉਂਦੀ ਹੈ। ਖਡੂਰ ਸਾਹਿਬ ਦੀ ਧਰਤੀ ਤੇ ਜਾਓ, ਭਾਈ ਬਾਲਾ ਜੀ ਦੀ ਸਮਾਧੀ ਬਣੀ ਹੋਈ ਹੈ। ਇਹ ਕੌਣ ਹੈ? ਜਦੋਂ ਲੋਕ ਗੱਲਾਂ ਕਰਦੇ ਆ ਕਿ ਚੇਤੇ ਹੋਣਾ ਚਾਹੀਦਾ। ਭਾਈ ਬਾਲਾ ਜੀ ਲੈ ਕੇ ਸਤਿਗੁਰਾਂ ਨੂੰ ਆਪਣੇ ਖੂਹ ਤੇ ਆ ਗਏ। ਉਦੋਂ ਮੋਟਰਾਂ ਨਹੀਂ ਸੀ ਹੁੰਦੀਆਂ, ਬੰਬੀਆਂ ਨਹੀਂ ਸੀ ਹੁੰਦੀਆਂ, ਵੱਡੇ ਵੱਡੇ ਖੂਹ ਹੁੰਦੇ, ਖੂਹਾਂ ਤੇ ਹਲਟਾਂ ਚੱਲਦੀਆਂ ਸੀ। ਇੱਕ ਉੱਥੇ ਬਲਦ ਵੀ ਹੋਣੇ, ਤਾਜ਼ਾ ਪਾਣੀ ਪੀ, ਆਉਂਦੇ ਜਾਂਦੇ ਮੁਸਾਫਰ ਪਾਣੀ ਪੀ ਕੇ ਜਾਂਦੇ ਆ। ਉਦੋਂ ਪਾਣੀ ਦੀ ਕਦਰ ਬਹੁਤ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੇ ਖੂਹ ਦੀ ਮੌਣ ਤੇ ਬਹਿ ਗਏ। ਚੰਦਰਪਾਨ ਜੀ ਦਾ ਖੂਹ ਹੈ, ਭਾਵ ਭਾਈ ਬਾਲਾ ਜੀ ਦੇ ਪਿਤਾ ਜੀ ਦੇ ਨਾਂ ਤੇ ਖੂਹ ਹੈ। ਗੁਰੂ ਸਾਹਿਬ ਬੈਠੇ, ਕਹਿੰਦੇ ਬਾਲਿਆ ਤੂੰ ਘਰ ਜਾ ਕੇ ਆਉਣਾ, ਜਾਇਆ ਮਰਦਾਨਿਆ ਤੂੰ ਵੀ ਗੇੜਾ ਲਾਇਆ, ਸਾਨੂੰ ਨਾ ਕਿਹੋ, ਅਸੀਂ ਘਰ ਨਹੀਂ ਜਾਣਾ। ਬਾਲੇ ਕੇ ਪਿਤ ਕੋ ਏ ਨਾਮੂ, ਆਸਨ ਪਰ ਅਸੀਨ ਸੁਖ ਧਾਮੂ। ਇਸ ਖੂਹ ਦੇ ਕੋਲ ਇੱਕ ਮੰਜੀ ਪਈ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਮੰਜੀ ਤੇ ਬਹਿ ਗਏ। ਖੂਹਾਂ ਤੇ ਅੱਜ ਵੀ, ਮੋਟਰਾਂ ਤੇ ਅੱਜ ਵੀ ਜ਼ਿਮੀਂਦਾਰਾਂ ਦੇ ਮੰਜੀਆਂ ਹੁੰਦੀਆਂ। ਸਤਿਗੁਰ ਸੱਚੇ ਪਾਤਸ਼ਾਹ ਬੈਠੇ, ਮਰਦ ਦੇ ਕੋਲ ਭਾਈ ਬਾਲਾ, ਭਾਈ ਮਰਦਾਨਾ ਜੀ ਬਹਿ ਕੇ ਸਫ਼ਰ ਬਹੁਤ ਵੱਡਾ ਕੀਤਾ। 7 ਦਿਨਾਂ ਤੋਂ ਤੁਰੇ ਹੋਏ ਆ, ਥਕਾਵਟ ਤੇ ਹੈ, ਪਰ ਕਿਤੇ ਨਾ ਕਿਤੇ ਭਾਈ ਬਾਲਾ ਜੀ ਨੂੰ ਚਿੰਤਾ ਲੱਗੀ ਹੋਈ ਹੈ ਵੀ ਖੂਹ ਤੇ ਕਿੰਨੇ ਦਿਨ ਕੱਟਾਂਗੇ। 1 ਦਿਨ, 2 ਦਿਨ, 4 ਦਿਨ, ਕੱਟਣ ਨੂੰ ਮਹੀਨਾ ਵੀ ਕੱਟ ਲਾਂਗੇ, ਪਰ ਜੇ ਸਤਿਗੁਰਾਂ ਦੇ ਪਿਤਾ ਨੂੰ ਪਤਾ ਲੱਗ ਗਿਆ, ਰਹਿਣ ਦੇਣਗੇ ਖੂਹ ਤੇ? ਉਹ ਜਿਹੜੇ ਭਾਈ ਬਾਲਾ ਜੀ ਦੇ ਘਰੇ ਜਾ ਸਕਦੇ ਆ ਲਾਂਭਾ ਲੈ ਕੇ, ਖੇਤ ਨਹੀਂ ਆਉਣਗੇ। ਮਨ 'ਚ ਫਿਕਰ ਸਤਾਉਂਦਾ ਹੈ ਵੀ ਅੱਗੇ ਵੀ ਮਹਿਤਾ ਕਲਿਆਣ ਚੰਦ ਬੁਰਾ ਭਲਾ ਸਾਨੂੰ ਬੋਲ ਕੇ ਗਏ ਨੇ, ਅੱਜ ਖੌਰੇ ਸਾਡੇ ਨਾਲ ਕੀ ਕੁਝ ਹੋਣਾ ਏ। ਅਗਰਜ ਬੈਸ ਗਇਓ ਮਰਦਾਨਾ, ਮੈਂ ਪਾਛੇ ਮਦ ਮਿਰਨ ਦਾਨਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਮੰਜੀ ਦੇ ਉੱਤੇ ਬੈਠੇ ਆ, ਖੂਹ ਵਾਲੇ ਪਾਸੇ ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਹੈ, ਮੈਂ ਪੈਂਦਾ ਵਾਲੇ ਪਾਸੇ ਪਿਛਲੇ ਪਾਸੇ ਪਿੱਠ ਕਰਕੇ ਬਹਿ ਗਏ। ਹੁਣ ਮੰਜੀ ਤੇ 2 ਜਣੇ ਬਹਿੰਦੇ ਆ, ਛੋਟੀ ਮੰਜੀ ਹੈ, ਬਰਾਬਰ ਬਹਿ ਨਹੀਂ ਸਕਦਾ। ਕਹਿੰਦੇ ਮੈਂ ਪਿਛਲੇ ਪਾਸੇ ਬੈਠਾ, ਗੁਰੂ ਨਾਨਕ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਨਾ ਇੱਕ ਪੱਥਰ ਲੈ ਕੇ ਭਾਈ ਮਰਦਾਨਾ ਬਹਿ ਗਿਆ, ਰਬਾਬ ਬੈਠਾ ਪੁੰਜਈਏ। ਆਲੇ ਦੁਆਲੇ ਵੇਖ ਰਹੇ ਨੇ, ਸਤਿਗੁਰਾਂ ਨੂੰ ਵੇਖ ਕੇ ਬੜੇ ਲੋਕ ਆ ਗਏ, ਰਾਹ ਜਾਂਦੇ ਮੁਸਾਫਰ ਗੱਲਾਂ ਕਰਦੇ, ਕਹਿੰਦੇ ਨਾਨਕ ਜੀ ਤੁਸੀਂ ਕਿੱਥੇ ਇੰਨੇ ਦਿਨਾਂ ਬਾਅਦ ਆ ਗਏ? ਕਈ ਸਾਲਾਂ ਬਾਅਦ ਆਏ ਹੋ। ਬਚਪਨ ਦੇ ਮਿੱਤਰ ਜਿਨ੍ਹਾਂ ਨੂੰ ਪਤਾ ਲੱਗਦਾ ਭੱਜੇ ਦੌੜੇ ਖੂਹ ਤੇ ਆਉਂਦੇ ਆ, ਪਰ ਸਤਿਗੁਰ ਬਹੁਤਾ ਨਹੀਂ ਬੋਲਦੇ ਕਿਸੇ ਨੂੰ। ਕਈ ਵਾਰ ਤੇ ਕਿਸੇ ਨੂੰ ਪਛਾਣਦੇ ਵੀ ਨਹੀਂ ਕਿ ਰੱਬ ਦੇ ਪਿਆਰਿਆਂ ਦੀਆਂ ਰਮਜ਼ਾਂ ਹੁੰਦੀਆਂ ਨੇ। ਉਹ ਦੁਨੀਆ ਦੀਆਂ ਖੁਸ਼ਾਮਦਾਂ ਨਹੀਂ ਕਰਦੇ, ਉਹ ਬੇਪਰਵਾਹ ਰਹਿੰਦੇ ਨੇ। ਬੁਲਾਉਣ ਤੇ ਆਉਣ, ਦੁਸ਼ਮਣ ਨੂੰ ਬੁਲਾ ਲੈਣਗੇ, ਨਾ ਬੁਲਾਉਣ ਆਪਣੇ ਨੂੰ ਸਿਆਣਦੇ ਨਹੀਂ। ਤੂੰ ਲਾਉਣਾ ਆਖੋ ਸਤਿਨਾਮ, ਇਹ ਹੁੰਦੀ ਆ ਮਸਤਗਰੀ, ਮਸਤ ਹੋਣਾ। ਬੜੇ ਲੋਕ ਆਉਂਦੇ ਆ, ਸਤਿਗੁਰਾਂ ਨੂੰ ਮਿਲਦੇ ਆ, ਮੱਥੇ ਟੇਕ ਜਾਂਦੇ ਆ, ਚੁੱਪ ਚੁਪੀਤੇ ਮਰਦ ਬੈਠੇ ਆ, ਕਿਸੇ ਨਾਲ ਤਾਂ ਨਹੀਂ ਬੋਲਦੇ ਵੀ ਜੇ ਇੱਕ ਗੱਲ ਕਰਾਂਗੇ ਅਗਲਾ ਵੀ ਕਰੂਗਾ। ਸਮਾਜ ਵਿੱਚ ਹਮੇਸ਼ਾ ਸੋਚ ਸਮਝ ਕੇ ਚੱਲੋ, ਘੱਟ ਬੋਲੋ, ਮਿੱਤਰ ਘੱਟ ਬਣਾਓ, ਹਮੇਸ਼ਾ ਉਨੀ ਗੱਲ ਬੋਲੋ ਜਿੰਨੀ ਕੁ ਤੋੜ ਕੇ ਬੋਲੋ। ਕਿਉਂਕਿ ਜਦ ਤੁਸੀਂ ਕਿਸੇ ਕੋਲ ਹੈਲੋ ਹਾਈ ਕਰੋਗੇ, ਅਗਲਾ 4 ਗੱਲਾਂ ਪੁੱਛਦਾ ਹੈ, 4 ਦਾ ਜਵਾਬ ਦਓਗੇ, 8 ਪੁੱਛੇਗਾ, ਹੌਲੀ ਹੌਲੀ ਆ ਕੇ ਫੈਮਿਲੀ 'ਚ ਵੜ ਜਾਂਦਾ, ਮੁੜ ਕੇ ਕੱਢਣਾ ਔਖਾ ਹੋ ਜਾਂਦਾ। ਫਿਰ ਘਰ ਦੇ ਮਸਲੇ ਲੋਕਾਂ ਦੇ ਹੱਥ ਆ ਜਾਂਦੇ, ਫਿਰ ਬੰਦਾ ਕਹਿੰਦਾ ਕਿਹਨੂੰ ਸਫਾਈ ਦਿਆਂ। ਸਫਾਈਆਂ ਬਾਅਦ ਦੀਆਂ ਗੱਲਾਂ ਨੇ ਸੱਜਣਾ, ਪਹਿਲਾਂ ਆਪ ਹੀ ਆਪਣਾ ਪੱਲਾ ਸੰਕੋਚ ਕੇ ਚੱਲ। ਇੱਥੇ ਆਪਣਾ ਕੋਈ ਨਹੀਂ, ਆਖੋ ਸਤਿਨਾਮ। ਬੇਪਰਵਾਹੀ ਇਹ ਚੀਜ਼ਾਂ ਇਤਿਹਾਸ ਵਿੱਚੋਂ ਸਿੱਖਣ ਨੂੰ ਮਿਲਦੀਆਂ, ਜੀਵਨ ਦੇ ਅੰਸ਼ ਨੇ, ਐਵੇਂ ਗੱਲਾਂ ਨਹੀਂ। ਗੁਰੂ ਨਾਨਕ ਸਾਹਿਬ ਵਰਗੇ ਬੇਪਰਵਾਹ ਬੈਠੇ ਸੀ, ਕਦੇ ਕੋਈ ਆਉਂਦਾ ਕੋਈ ਜਾਂਦਾ, ਕਿਸੇ ਦੀ ਪਰਵਾਹ ਨਹੀਂ। ਸ਼ਾਮ ਵੇਲਾ ਹੋਇਆ, ਸੰਧਿਆ ਹੁੰਦੀ ਜਾ ਰਹੀ ਹੈ। ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੋ, ਕਬ ਕਾ ਕੋਈ ਸਮਝਾਨ। ਭਾਈ ਬਾਲਾ ਜੀ ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਆ। ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਨਹੁੰ ਆ ਨਾ, ਇੱਕ ਨਹੁੰ
ਇਹ ਸਮਝ ਲਓ ਵੀ ਘੋੜਾ ਜਾਂ ਘੋੜੀ ਦੇ ਨੱਕ ਵਿੱਚ ਪਾਇਆ ਕੜਿਆਲਾ, ਜਿਹਦੇ ਨਾਲ ਘੋੜਾ ਘੋੜੀ ਬਲਦ ਰੁਕਦੇ ਆ, ਤੁਰਦੇ ਆ, ਦਿਸ਼ਾ ਲੈਂਦੇ ਆ। ਕਹਿੰਦੇ ਸਤਿਗੁਰਾਂ ਦੇ ਗਿਆਨ ਨੇ ਸਾਡੇ ਮਨ ਨੂੰ ਚੰਗੀ ਦਿਸ਼ਾ ਦਿੱਤੀ ਹੈ। ਤਰਲ ਤਰੰਗ ਮਨ ਦੇ ਮੁਖ, ਕਹੋ ਕਥਾ ਗਤ ਦਾਨ। ਆਓ ਮੈਂ ਮੁਕਤੀ ਦਾ ਤੇ ਸਤਿਗੁਰ ਦੀ ਕਥਾ ਸੁਣਾਵਾਂ, ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦਾ ਕੜਿਆਲਾ ਦੇ ਕੇ, ਭਾਵ ਮੈਂ ਚਰਨਾਂ ਤੋਂ ਬਾਹਰ ਕੁਝ ਵੇਖਾਂ ਹੀ ਨਾ। ਕੋਲੂ ਦਾ ਬਲਦ, ਕੋਲੂ ਦਾ ਬੈਲ ਬਜ਼ੁਰਗਾਂ ਨੂੰ ਪਤਾ ਹੈ, ਜਾਂ ਹੱਟ ਤੇ ਬੈਲ ਘੁੰਮਦੇ ਸੀ ਨਾ ਬਲਦ, ਉਹ ਕਿਉਂ ਘੁੰਮਦੇ ਰਹਿੰਦੇ ਸੀ? ਉਹਨਾਂ ਦੀਆਂ ਅੱਖਾਂ ਤੇ ਖੋਪੇ ਲਾ ਦਿੱਤੇ ਜਾਂਦੇ, ਸੱਜੇ ਖੱਬੇ ਕੁਛ ਨਹੀਂ ਦਿਸਦਾ, ਸਿਰਫ ਕੱਚਾ ਰਾਹ ਦਿਸਦਾ। ਉਹ ਇਸ ਭੁਲੇਖੇ ਵਿਚਾਰਾ ਤੁਰਦਾ ਰਹਿੰਦਾ ਸਵੇਰ ਤੋਂ ਸ਼ਾਮ ਤੱਕ, ਪਤਾ ਨਹੀਂ ਮੈਂ ਕਿੰਨੇ ਹੋ ਜਾਣਗੇ, ਕਿੰਨਾ ਕੁ ਪੈਂਡਾ ਤੈਅ ਕਰਦਾ। ਇਸੇ ਕਰਕੇ ਸਤਿਗੁਰ ਕਹਿੰਦੇ ਸੱਜਣਾ, ਦੁਨੀਆ ਵਿੱਚ ਜਿਉਂਦਾ ਹੋਇਆ ਖੋਪੇ ਲਾ ਕੇ ਨਾ ਤੁਰੀ। ਕਿਤੇ ਸਾਰੀ ਜ਼ਿੰਦਗੀ ਆ ਮਾਇਆ ਪਿੱਛੇ, ਪਦਾਰਥਾਂ ਪਿੱਛੇ ਭੱਜੇ ਤੇ ਬੁਢਾਪੇ 'ਚ ਆ ਕੇ ਵੇਖੇ ਦੁਨੀਆ ਤੇ ਆਇਆ ਵੀ ਤੇ ਵੇਖਿਆ ਨਹੀਂ ਕੁਛ ਨਾ। ਬੜੇ ਲੋਕ ਨੇ ਸਾਡੇ ਇੱਥੇ ਜੰਮੇ ਇੱਥੇ ਹੀ ਹੋਏ, ਬੜੇ ਉਹ ਨੇ ਕਹਿੰਦੇ ਖਾਧਾ ਪੀਤਾ ਘੁੰਮੇ ਫਿਰੇ ਦੇਸ਼ ਵਿਦੇਸ਼ ਗਏ, ਕਿਉਂ ਜਾਣਾ? ਦੇਖੋ ਤੇ ਸਹੀ ਦਾਤੇ ਦੀ ਕੁਦਰਤ, ਵੇਖੋ ਤੇ ਸਹੀ ਪਰਮਾਤਮਾ ਦੀ ਬਣਾਈ ਹੋਈ ਦੁਨੀਆ। ਅੱਜ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਹਰੇਕ ਬੰਦਾ ਕਹਿੰਦਾ ਜੀ ਉਹਨੂੰ ਬੁਢਾਪੇ ਜਾ ਕੇ ਅਮਰੀਕਾ ਗਏ ਸੀ, ਸਾਰੀ ਜ਼ਿੰਦਗੀ ਇੱਦਾਂ ਹੀ ਲੰਘ ਗਈ। ਯਾਰ ਜੇ ਕਿਤੇ ਪਹਿਲਾਂ ਚਲੇ ਜਾਂਦੇ ਪਛਤਾਵਾ। ਘੁੰਮੋ ਜ਼ਿੰਦਗੀ 'ਚ। ਗੁਰੂ ਨਾਨਕ ਸਾਹਿਬ ਜੀ ਨੇ ਰਟਨ ਕੀਤਾ ਹੈ, ਮਾਇਆ ਕੀ ਕਰਨੀ, ਪਦਾਰਥ ਕੀ ਕਰਨੇ ਨੇ। ਜੇ ਜਿਉਂਦੇ ਜੀ ਮਾਇਆ ਸਾਡੇ ਕੰਮ ਨਾ ਆਈ, ਮਰਿਆ ਕਿਹਦੇ ਕੰਮ ਆਉਣੀ? ਆਖੋ ਸਤਿਨਾਮ। ਉਹਦੇ ਮਿੱਟੀ ਹੈ, ਜਿੱਦਣੇ ਆਪਾਂ ਮਰ ਗਏ ਦੁਨੀਆ ਮਰ ਗਈ, ਜਿੱਦਣੇ ਅਸੀਂ ਖਤਮ ਆ ਸਭ ਕੁਝ ਹੀ ਖਤਮ, ਦੁਬਾਰਾ ਵੇਖਣਾ ਆਉਣਾ ਕਿਸੇ। ਜਦ ਤੱਕ ਤੁਹਾਡੇ ਕੋਲ ਪਦਾਰਥ ਨੇ, ਇਹਨਾਂ ਪਦਾਰਥਾਂ ਨੂੰ ਦਾਨ ਪੁੰਨ ਲਈ, ਆਪਣੇ ਜੀਵਨ ਲਈ ਵਰਤੋ, ਫਿਰ ਤੁਸੀਂ ਜ਼ਿੰਦਗੀ ਵਿੱਚ ਵੱਡੇ। ਗੁਰੂ ਨਾਨਕ ਸਾਹਿਬ ਮਹਾਰਾਜ ਇਦਾਂ ਹੀ ਕਰ ਰਹੇ, ਚਾਰ ਮਾਇਆ ਦੇ ਛਿਲਕੇ ਆਉਂਦੇ ਆ, ਸਤਿਗੁਰ ਵੰਡ ਦਿੰਦੇ ਆ, ਵਿਚਰ ਆਉਂਦੇ ਆ, ਦੁਨੀਆ ਨੂੰ ਦੇ ਦਿੰਦੇ ਆ। ਦੁਨੀਆ ਬੜਾ ਪਿਆਰ ਕਰਦੀ ਹੈ। ਅੱਜ ਸਤਿਗੁਰ ਬੇਪਰਵਾਹੀ 'ਚ ਬੈਠੇ ਆ। ਕਵੀ ਕਹਿੰਦੇ ਮੈਂ ਇਸੇ ਸਤਿਗੁਰਾਂ ਦੀ ਮਹਿਮਾ ਨੂੰ ਬੜੇ ਪਿਆਰ, ਸ਼ਰਧਾ, ਭਾਵਨਾ ਨਾਲ ਲਿਖਦਾ, ਤੇ ਸੁਣਾਉਣ ਵਾਲੇ ਭਾਈ ਬਾਲਾ ਜੀ ਅੱਖਾਂ 'ਚ ਹੰਝੂ ਲੈ ਆਉਂਦੇ ਆ। ਇਹ ਐਸੀ ਕਥਾ ਹੈ, ਸੁਣਨ ਵਾਲੇ ਦਾ ਹਿਰਦਾ ਕਰ ਜਾਂਦਾ ਹੈ ਤਰ, ਜੇ ਕਿਤੇ ਸ਼ਰਧਾ ਨਾਲ ਸੁਣੇ। ਤੇ ਪੱਥਰ ਲੋਕ ਅੱਜ ਵੀ ਸੁਣਦੇ ਆ, ਪਹਿਲਾਂ ਵੀ ਸੁਣਦੇ, ਕੋਈ ਫਰਕ ਹੁੰਦਾ? ਬੜਿਆਂ ਸਥਾਨਾਂ ਤੇ ਇਤਿਹਾਸ ਦੀ ਕਥਾ ਹੁੰਦੀ, ਸੰਗਤਾਂ ਸੁਣਦੀਆਂ ਨੇ, ਤੇ ਉਸ ਕਥਾ ਸੁਣਨ ਵਾਲਿਆਂ ਚੋਂ ਬੜੇ ਤੁਹਾਨੂੰ ਐਸੇ ਗੁਰਮੁਖ ਮਿਲਣਗੇ ਜਿਨ੍ਹਾਂ ਦੇ ਜੀਵਨ ਵਿੱਚ ਇੱਕ ਇੱਕ ਗੱਲ ਘਰ ਕਰ ਗਈ। ਬੜੇ ਐਸੇ ਹੋਣਗੇ ਜਿਹੜੇ ਦੰਦ ਦੁੰਦ ਕੱਢ ਕੇ ਮੁੜ ਜਾਂਦੇ ਆ। ਸਤਿਨਾਮ। ਉਹ 10 ਸਾਲ ਪਹਿਲਾਂ ਵੀ ਦੰਦ ਕੱਢਦੇ ਫਿਰਦੇ ਸੀ, ਅੱਜ ਵੀ ਫਿਰਦੇ, ਪੱਲੇ ਕੱਖ ਨਹੀਂ। ਕਦੋਂ ਪੈਣਾ? ਗੁਰੂ ਨੇ ਧੱਕੇ ਨਾਲ ਨਹੀਂ ਪਾ ਦੇਣਾ। ਜਦੋਂ ਤੁਸੀਂ ਆਖੋਗੇ ਵੀ ਸਾਡਾ ਪੱਲਾ ਅਸੀਂ ਫੜਿਆ, ਮਰਜ ਕੁਝ ਪਾ ਦਿਓ, ਤਾਂ ਹੀ ਪਊਗਾ। ਝੋਲੀ ਖਿਲਾਰ ਕੇ ਫਿਰ ਉਹ ਬਾਬਾ ਝੋਲੀ ਭਰਦੇ ਭਰੀ ਜਾਊਗੀ। ਜਦੋਂ ਤੱਕ ਮਨ ਬੇਈਮਾਨ ਹੈ ਕੀ ਕਰੇਗਾ? ਇਸ ਕਰਕੇ ਕਵੀ ਜੀ ਆਖਦੇ, ਕਹਿੰਦੇ ਮੈਂ ਆਪਣੇ ਮਨ ਨੂੰ ਨਕੇਲ ਪਾਈ ਨੱਕ 'ਚ, ਵੀ ਮਨਾ ਮੇਰਿਆ ਤੂੰ ਗੁਰੂ ਦੀ ਕਥਾ ਗਾਉਣੀ ਹੈ, ਸ਼ਰਧਾ ਨਾਲ ਗਾਉਣੀ ਹੈ, ਪਿਆਰ ਨਾਲ ਗਾਉਣੀ ਹੈ, ਕਿਸੇ ਪਾਸੇ ਖਿਆਲ ਨਹੀਂ। ਚੀੜੀ ਜਾਂਦੀ ਹੈ। ਕਦੇ ਖੋ ਕੇ ਵੇਖੋ ਕਥਾ ਦੇ ਵਿੱਚ, ਸੱਚੀ 1 ਘੰਟੇ ਦਾ ਪਤਾ ਹੀ ਨਹੀਂ ਲੱਗਣਾ, ਸਮਾਂ ਲੰਘ ਗਿਆ। ਆਨੰਦ ਕਿੰਨਾ ਆਇਆ, ਰਸ ਕਿੰਨਾ ਆਇਆ। ਤੇ ਮੇਰੇ ਵਰਗਾ ਕਥਾ ਕਰਨ ਵਾਲਾ ਟਾਈਮ ਹੀ ਦੇਖੀ ਜਾਂਦਾ ਵੀ ਕਿੰਨੇ ਵੱਜ ਗਏ, ਕਿਤੇ ਉੱਪਰ ਤਾਂ ਨਹੀਂ ਹੋ ਗਿਆ। ਫਰਕ ਹੈ ਜਿੱਦਣ ਮੇਰੇ ਦੀ ਜੁੜੀ ਨਹੀਂ ਪਤਾ। ਕਵੀ ਕਹਿੰਦੇ ਮੈਂ ਇਸੇ ਸਾਹਿਬ ਦੀ ਕਥਾ ਨੂੰ ਪਿਆਰ ਪ੍ਰੇਮ ਵਿੱਚ ਭਿੱਜ ਕੇ ਉਦਾਂ ਹੀ ਲਿਖਾਂ ਜਿਵੇਂ ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਪ੍ਰੇਮ ਵਿੱਚ ਭਿੱਜ ਕੇ ਸੁਣਾਉਂਦੇ। ਜਿਸ ਵੇਲੇ ਸਾਡੇ ਪਿਤਾ ਜੀ ਦੇ ਖੂਹ ਤੇ ਅਸੀਂ ਚੱਲ ਕੇ ਆਏ, ਬੜਾ ਸਮਾਂ ਉੱਥੇ ਬਤੀਤ ਕੀਤਾ ਏ। ਸ਼੍ਰੀ ਬਾਲਾ ਸੰਧੁਰਵਾਚ ਚੌਪਈ, ਬੈਸੇ ਸ੍ਰੀ ਗੁਰ ਰੂਪ ਅਨੂਪਾ, ਮੋਰ ਪਿਤਾ ਕੋ ਤੋ ਜੋ ਕੂਪਾ। ਅੰਗਦ ਦੇ ਪਾਤਸ਼ਾਹ ਜੀ ਇਸ ਕਥਾ ਨੂੰ ਬੜਾ ਰਸ ਲੈ ਲੈ ਕੇ ਸੁਣਦੇ ਆ, ਆਨੰਦ ਮਾਣ ਕੇ ਸੁਣਦੇ। ਜਦੋਂ ਕਿਤੇ ਕੋਈ ਚੀਜ਼ ਬਹੁਤੀ ਚੰਗੀ ਲੱਗਦੀ ਹੈ ਨਾ, ਸਤਿਗੁਰ ਆਵਾਜ਼ ਦਿੰਦੇ, ਭਾਈ ਬਾਲਾ ਜੀ ਦੁਬਾਰਾ ਦੁਹਰਾਇਓ, ਕਿਰਪਾ ਕਰਿਓ। ਉਹ ਫਿਰ ਆਖਣ ਲੱਗੇ, ਕਹਿੰਦੇ ਪਾਤਸ਼ਾਹ ਮੇਰੇ ਪਿਤਾ ਚੰਦਰ ਭਾਨ ਜੀ ਦੇ ਖੂਹ ਤੇ ਬੈਠੇ ਨਾ, ਜਦੋਂ ਅੱਜ ਸਤਿਗੁਰਾਂ ਦੇ ਚਿਹਰੇ ਦੀ ਅਨੋਖੀ ਸ਼ੋਭਾ ਹੈ। ਕਹਿੰਦੇ ਬਿਲਕੁਲ ਲਾਲ ਸੁਰਖ ਚਿਹਰਾ ਗੁਰੂ ਨਾਨਕ ਸਾਹਿਬ ਦਾ ਦਿਸਦਾ ਏ। ਕਿਉਂ? ਸੱਜਣ ਨੂੰ, ਪਿਆਰੇ ਨੂੰ, ਰਾਏ ਬੁਲਾਰ ਜੀ ਨੂੰ ਮਿਲਣ ਦਾ ਚਾਅ। ਆਖੋ ਸਤਿਨਾਮ। ਚਿਹਰੇ ਤੋਂ ਦਿਸਦਾ। ਪਰ ਕਹਿੰਦੇ ਮੈਂ ਨੋਟਿਸ ਕੀਤਾ, ਮੈਂ ਵੇਖਿਆ ਵੀ ਸਤਿਗੁਰਾਂ ਨੂੰ ਇੱਕ ਰੱਤੀ ਜਿੰਨਾ ਵੀ ਆਪਣੇ ਘਰ ਦਾ ਖਿਆਲ ਹੀ ਨਹੀਂ ਆਉਂਦਾ।
भी मेरे माता जी भी ने, मेरे पिता जी भी ने, चाचा जी ने भी, दादा दादी भी बैठे आ, किते गेड़ा ही मार आवां। कहंदे इन्हां दी ख्याल सुरग विच सतगुरां दे मोह माया परवार दा नहीं। ਤਹਿ ਬਿਲੋਕ ਇੱਕ ਨਰਗ ਨਗਰੀ ਘਰ ਕਾਲੂ ਕੇ ਸੁਧ ਦੇਹ ਸਗਰੀ। ਜਿਸ ਗੱਲ ਤੋਂ ਡਰਦੇ ਸੀ ਕਹਿੰਦੇ ਉਹ ਗੱਲ ਹੋਣ ਲੱਗੀ। ਇੱਕ ਮਨੁੱਖ ਆਇਆ, ਸਾਡੇ ਪਿੰਡ ਦਾ ਹੀ ਸੀ, ਪਰਿਵਾਰ ਚੋਂ ਹੀ ਹੈ। ਵੇਖਿਆ, ਕਹਿੰਦਾ ਨਾਨਕ ਜੀ ਪੁੱਤ ਇੱਥੇ ਬੈਠੇ ਹੋ, ਘਰ ਨਹੀਂ ਗਏ? ਮਰਦ ਨੇ ਕੋਈ ਜਵਾਬ ਨਹੀਂ ਦਿੱਤਾ। ਭਾਈ ਬਾਲਾ ਜੀ ਨੂੰ ਪੁੱਛਿਆ, ਕਹਿੰਦੇ ਤਾਇਆ ਕੋਈ ਨਹੀਂ ਜਾਣਾ, ਥੋੜੀ ਦੇਰ ਤੱਕ। ਤਾਇਆ ਘਰ ਪਿਆ ਫਿਰ ਜਵਾਕ ਖੂਹ ਤੇ ਬੈਠੇ ਆ, ਪਤਾ ਨਹੀਂ ਕਦੋਂ ਆਏ, ਕਦੋਂ ਤੱਕ ਰਹਿਣਗੇ। ਭੱਜਿਆ ਗਿਆ ਜੀ, ਆਪਣਾ ਕੰਮਕਾਰ ਛੱਡ ਕੇ ਘਰੇ ਆ ਗਿਆ ਸਤਿਗੁਰ। ਕਹਿੰਦਾ ਮਹਿਤਾ ਜੀ, ਮਹਿਤਾ ਇੱਕ ਡਿਗਰੀ ਹੈ, ਇੱਕ ਅਹੁਦਾ ਏ, ਵੱਡਿਆਂ ਲੋਕਾਂ ਲਈ ਅਹੁਦਾ ਹੁੰਦਾ ਹੈ। ਜਿਵੇਂ ਅੱਜ ਦੇ ਸਮੇਂ ਆਪਾਂ ਡਾਕਟਰ ਕਹਿੰਦੇ ਨੇ, ਡਾਕਟਰੇਟ ਕੀਤੀ ਹੈ ਕਿਸੇ ਨੇ, ਇੱਕ ਰੁਤਬਾ, ਪ੍ਰੋਫੈਸਰ ਇੱਕ ਰੁਤਬਾ ਹੈ। ਮਹਿਤਾ ਉਹਨਾਂ ਸਮਿਆਂ 'ਚ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਹੜਾ ਵੱਡਾ ਪਟਵਾਰੀ, ਜਿਸ ਪਟਵਾਰੀ ਤੋਂ ਕੁਝ ਵੱਡੇ ਹੋਰ ਵੀ ਹੋਣ, ਉਹਨਾਂ ਤੋਂ ਵੱਡਾ ਹੋਵੇ, ਕਾਨੂੰਨ ਤੋਂ ਵਰਗਾ ਹੁੰਦਾ। ਤਾਂ ਮਹਿਤਾ ਸਾਹਿਬ ਖੁਸ਼ਖਬਰੀ ਸੁਣਾਵਾ। ਕੀ ਹੋਇਆ? ਕਹਿੰਦੇ ਮੈਂ ਤੁਹਾਡਾ ਪੁੱਤ ਨਾਨਕ ਆਇਆ ਵੇਖਿਆ। ਹੁਣ ਪਿਤਾ ਤੇ ਕੁਝ ਦਿਨ ਪਹਿਲਾਂ ਰੋ ਕੇ ਆਏ ਸੀ ਭਾਈ ਬਾਲਾ ਜੀ ਕੋਲ। ਭਾਈ ਮਰਦਾਨੇ ਨਾਲ ਲੜੇ ਵੀ, ਲੜਦੇ ਲੜਦੇ ਰੋ ਕੇ ਪੁੱਤ ਨੂੰ ਯਾਦ ਕਰਦੇ ਕਿ ਮੇਰਾ ਪੁੱਤ ਘਰੇ ਕਿਉਂ ਨਹੀਂ ਹੋਗਾ। ਬਾਪੂ ਜੀ ਇੱਕਦਮ ਉੱਠੇ ਪਲੰਗੇ ਤੋਂ, ਕਹਿੰਦੇ ਕਿੱਥੇ ਹੈ? ਕਹਿੰਦੇ ਪਿੰਡ ਜੀ ਹੈ। ਕਹਿੰਦੇ ਜੇ ਪਿੰਡ 'ਚ ਮੇਰਾ ਪੁੱਤ ਘਰ ਕਿਉਂ ਨਹੀਂ ਆਇਆ? ਫਿਕਰ ਰਹਿ ਗਿਆ। ਕਹਿੰਦੇ ਜੀ ਉਹ ਫਲਾਣੇ ਦੇ ਖੂਹ ਤੇ ਬੈਠੇ। ਇੱਕ ਵਾਰ ਤੇ ਬਾਪੂ ਨੂੰ ਗੁੱਸਾ ਚੜਿਆ ਵੀ ਲੈ ਘਰ ਕਿਉਂ ਨਹੀਂ ਆਇਆ, ਵੀ ਜਦੋਂ ਤੇਰਾ ਘਰ ਆਇਆ ਉਹਦੇ ਕੀ ਕਰਨਾ। ਫਿਰ ਵੀ ਸੋਚਿਆ ਚੱਲ ਮਨਾ, ਸ਼ੁਕਰ ਹੈ ਪਿੰਡ ਤੇ ਬੁਲਾਏ, ਨਗਰ 'ਚ ਤੇ ਆ ਗਏ ਆ, ਆਪਾਂ ਜਾ ਕੇ ਲੈ ਆਉਨੇ ਆ। ਸੁਣਿਆ ਸਰੋਣ ਜਬ ਕਾਲੂ ਲਾਲੂ ਉਠ ਕਰ ਗਵਨ ਕੀਓ ਤਤਕਾਲੂ। ਉਸੇ ਵੇਲੇ ਸਤਿਗੁਰਾਂ ਦੇ ਪਿਤਾ ਜੀ ਜਿਹੜੇ ਹਾਲਾਂ 'ਚ ਬੈਠੇ ਉੱਠ ਕੇ ਤੁਰ ਪਏ, ਨਾਲ ਉਹਨਾਂ ਦੇ ਭਰਾ ਲਾਲ ਚੰਦ ਜੀ, ਜਿਨ੍ਹਾਂ ਨੂੰ ਲਾਲੂ ਜੀ ਕਿਹਾ ਜਾਂਦਾ। ਇਤਿਹਾਸ ਵਿੱਚ ਉਸ ਵੇਲੇ ਦੇ ਨਾਮ ਨੇ ਰੀਅਲ ਨੇ। ਕਾਲੂ ਜੀ ਤੇ ਲਾਲੂ ਜੀ ਦੋਨੇ ਭਰਾ ਦੌੜੇ ਗਏ। ਜਦੋਂ ਇਹ ਗੱਲ ਦਾਸੀਆਂ ਤੋਂ ਮਾਂ ਤ੍ਰਿਪਤਾ ਨੂੰ ਪਤਾ ਲੱਗੀ, ਇਹ ਕਿੱਧਰ ਨੂੰ ਭੱਜ ਗਈ। ਦੇਖੋ ਪਿਤਾ ਨੂੰ ਇੰਨਾ ਚਾਅ ਸੀ ਪੁੱਤ ਦੇ ਆਉਣ ਦਾ, ਆਪਣੀ ਪਤਨੀ ਨੂੰ ਵੀ ਨਾ ਦੱਸਿਆ। ਦੌੜੇ ਜਾਂਦੇ, ਨਾਨਕ ਜੀ ਆਏ ਆ, ਸਤਿਗੁਰ ਜੀ ਆਏ ਆ, ਕਿਉਂਕਿ ਉਹਨਾਂ ਲਈ ਸਤਿਗੁਰ ਨਹੀਂ, ਉਹਨਾਂ ਲਈ ਪੁੱਤਰ ਨੇ। ਤੇ ਜਦੋਂ ਮਾਂ ਤ੍ਰਿਪਤਾ ਨੂੰ ਪਤਾ ਲੱਗਿਆ, ਕਹਿੰਦੇ ਮਾਂ ਨੇ ਵੀ ਚਰਨਾਂ ਵਿੱਚ ਜੋੜੇ ਨਾ ਪਾਏ। ਉਸੇ ਰਾਹ ਨੂੰ ਮਾਤਾ ਤ੍ਰਿਪਤਾ ਜੀ ਪਿੱਛੇ ਪਿੱਛੇ ਦੌੜ ਪਏ। ਮਨ ਹੋਤੇ ਬੋ ਦਿਨ ਕੇ ਪਿਆਸੇ ਜਲ ਕੋ ਸੁਨ ਦੋਰੇ ਤੇ ਪਾਸੇ। ਇਹਨੇ ਨੂੰ ਨਗਰ 'ਚ ਰੌਲਾ ਪੈ ਗਿਆ, ਗੁਰੂ ਨਾਨਕ ਸਾਹਿਬ ਆਏ ਆ। ਹੁਣ ਪਿੰਡ ਲਈ ਤੇ ਸਤਿਗੁਰ ਬੱਚਿਆਂ ਸਮਾਨ ਨੇ, ਸਾਰੇ ਕਹਿੰਦੇ ਨਾਨਕ ਜੀ ਆਏ, ਨਾਨਕ ਜੀ ਆਏ। ਸ਼ੋਭਾ ਹੋ ਗਈ ਕਿਉਂਕਿ ਬੜਿਆ ਲੰਮਿਆਂ ਸਮਿਆਂ ਬਾਅਦ ਆਏ। ਵਿਆਹ ਵੀ ਦੁਨੀਆ ਨੇ ਵੇਖਿਆ, ਕਦੇ ਘਰ ਨਾ ਆਏ। ਸਾਰੇ ਭੱਜੇ ਜਾਂਦੇ ਮਰਦ ਨੂੰ ਮਿਲਣ ਵਾਸਤੇ। ਕਹਿੰਦੇ ਆਹ ਹਾਲਤ ਬਣੀ ਪਰਿਵਾਰ ਦੀ, ਜਿਵੇਂ ਮਾਰੂ ਥਲ ਦੇ ਰੇਤਿਆਂ ਦੇ ਵਿੱਚ ਪਾਣੀ ਦੀ ਘੁੱਟ ਨੂੰ ਤਰਸਦਾ ਬੰਦਾ ਦੌੜਿਆ ਜਾਵੇ ਨਾ, ਵੀ ਫਲਾਣੀ ਥਾਂ ਖੂਹ ਲੱਗਾ ਜਾਂ ਫਲਾਣੀ ਥਾਂ ਪਾਣੀ ਗਿਰ ਜੂ, ਫਿਰ ਉਹਨੂੰ ਭੱਜ ਜਾਂਦੇ। ਬੇਵੱਸ ਹੋ ਕੇ ਸਤਿਗੁਰਾਂ ਦੇ ਮਾਪੇ ਭਾਈ ਬਾਲਾ ਜੀ ਦੇ ਖੇਤਾਂ ਵੱਲ ਦੌੜ ਪਏ। ਦੋਹਰਾ ਸ਼ਰੋਨਨ ਸੁਨ ਜਨਨੀ ਮਨੰ ਅਰਨਵ ਮਨੋ ਸਮਾਨ ਬੀਚੀ ਜਿਉ ਓ ਮਗਤ ਚੱਲੇ ਸੋਤਰ ਕੇਸ਼ ਪਰਮਾਨ। ਫਿਰ ਪ੍ਰਮਾਣ ਦਿੱਤਾ ਭਾਈ ਬਾਲਾ ਜੀ ਨੇ। ਕਹਿੰਦੇ ਜਿਵੇਂ ਸਮੁੰਦਰ ਚੜ ਕੇ ਆਉਂਦਾ ਨਾ, ਮਾਂ ਤ੍ਰਿਪਤਾ ਦੀਆਂ ਅੱਖਾਂ ਵਿੱਚ ਹੰਝੂ, ਭੱਜੀ ਮਾਂ ਏਦਾਂ ਜਾਵੇ ਗਲੀ ਵਿੱਚ, ਕਦੇ ਪੈਰ ਸੱਜੇ ਕਦੇ ਖੱਬੇ, ਪਤਾ ਹੀ ਨਹੀਂ ਲੱਗਦਾ ਪੈਰ ਰੱਖਿਆ ਕਿੱਥੇ ਜਾਂਦਾ। ਕਹਿੰਦੇ ਮੇਰਾ ਪੁੱਤ ਚੰਨ ਜੈਸਾ ਆ ਗਿਆ। ਮੁੱਦਤਾਂ ਹੀ ਹੋ ਗਈਆਂ ਮਿਲਿਆ। ਦਰਸ਼ਨਾਂ ਲਈ ਮਾਂ ਪਿਆਰੀ ਤਰਸਦੀ ਸੀ। ਅੱਜ ਕਿਤੇ ਇੱਕ ਝਲਕ ਮੈਨੂੰ ਸਤਿਗੁਰਾਂ ਦੀ ਮਿਲ ਜੇ। ਮਾਂ ਤ੍ਰਿਪਤਾ ਕਦੇ ਮੋਹ ਨਹੀਂ ਕਰਦੀ ਆਪਣੇ ਪੁੱਤ ਦਾ, ਪ੍ਰੇਮ ਕਰਦੀ। ਉਹਨੂੰ ਪਤਾ ਮੇਰਾ ਪੁੱਤ ਦੁਨਿਆਵੀ ਨਹੀਂ ਹੈ। ਇਹ ਮਾਂ ਜੀ ਜਾਣ ਗਏ ਆ। ਮਾਂ ਜੀ ਸਮਝ ਗਏ ਸੀ ਬਚਪਨ ਵਿੱਚ, ਜਿੱਦਣ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਨਾ, ਖੁਸ਼ਬੂ ਆਈ, ਵੇਖਿਆ ਮੇਰੇ ਪੁੱਤਰ ਦੀ ਪੂਜਾ ਹੋ ਰਹੀ ਹੈ, ਦੁਨੀਆ ਸਨਮਾਨ ਕਰ ਰਹੀ ਹੈ, ਦੇਵੀ ਦੇਵਤੇ ਗੁਪਤ ਰੂਹਾਂ। ਮਾਂ ਨੂੰ ਉਸੇ ਦਿਨ ਸਮਝ ਆ ਗਈ ਸੀ ਇਹ ਪੁੱਤ ਨਹੀਂ ਹੈ, ਪਰਮੇਸ਼ਰ ਹੈ।
ਮਾਤਾ ਤ੍ਰਿਪਤਾ ਜੀ ਭੱਜੇ ਭੱਜੇ ਜਾਂਦੇ, ਦੌੜੇ ਜਾਂਦੇ ਆ, ਕਹਿੰਦੇ ਉਹ ਰਸਤਾ ਮੁੱਕਣ 'ਚ ਹੀ ਨਹੀਂ ਆਉਂਦਾ। ਸੱਜੇ ਖੱਬੇ ਪੈਰ ਰੱਖਦੇ ਆ, ਖੁਸ਼ੀ ਬੜੀ ਹੈ, ਕਦੋਂ ਮੈਂ ਸਤਿਗੁਰਾਂ ਦੇ ਜਾ ਕੇ ਗਲ ਲੱਗ ਜਾਵਾਂ। ਚੌਪਈ ਬਤਸ਼ ਬਿਲੋਕ ਨ ਬਹੁਤੇ ਬਾਸਰ, ਬਾਛ ਬਿਸ਼ੋਭ ਨ ਸ਼ਕਿਆਤਰ। ਜਿਵੇਂ ਗਾਂ ਆਪਣੇ ਬੱਚੇ ਤੋਂ ਵਿਛੜੀ ਦੌੜੀ ਆਉਂਦੀ ਹੈ ਨਾ, ਮਾਂ ਤ੍ਰਿਪਤਾ ਗੁਰੂ ਨਾਨਕ ਸਾਹਿਬ ਤੋਂ ਪਤਾ ਨਹੀਂ ਕਦੋਂ ਤੋਂ ਵਿਛੜੇ ਹੋਏ ਆ, ਉੱਚੀ ਉੱਚੀ ਬੋਲਦੇ ਆਉਂਦੇ ਆ, ਭੱਜੇ ਆਉਂਦੇ ਆ। ਪਿਤਾ ਜੀ ਅੱਗੇ ਅੱਗੇ, ਚਾਚਾ ਜੀ ਪਿੱਛੇ ਪਿੱਛੇ, ਉਹਨਾਂ ਤੋਂ ਪਿੱਛੇ ਮਾਂ ਤ੍ਰਿਪਤਾ ਸਤਿਗੁਰਾਂ ਦੇ ਦੌੜੇ। ਐਨੇ ਨੂੰ ਆਂਢ ਗੁਆਂਢ 'ਚ ਪਤਾ ਲੱਗਿਆ, ਬੇਦੀਆਂ ਦੀ ਵੰਸ ਨੂੰ ਪਤਾ ਲੱਗਿਆ ਸਤਿਗੁਰ ਆਏ, ਉਹ ਵੀ ਤੁਰ ਪਏ ਵੀ ਮਿਲਦੇ ਆਈਏ, ਕਿਉਂਕਿ ਉਹ ਫੱਕਰ ਬੰਦੇ ਆ, ਕੋਈ ਪਤਾ ਨਹੀਂ ਬਾਹਰ ਦੀ ਬਾਹਰ ਹੀ ਹੋ ਜਾਣਾ। ਆਖੋ ਸਤਿਨਾਮ ਵਾਇਆ, ਕਿਧਰ ਨੂੰ ਲੰਘ ਜਾਣਾ ਪਤਾ ਕੋਈ, ਘਰੇ ਆਉਣ ਨਾ ਆਉਣ ਇਸ ਗੱਲ ਦੀ ਕੋਈ ਗਰੰਟੀ ਨਹੀਂ। ਚਲੀ ਧਾਏ ਅਟ ਪਟ ਪਗ ਪਾਵਹਿ, ਮਿਲੋ ਉਤਾਇਲ ਅਸ ਮਨ ਲਿਆਵਹਿ। ਬੇਪਰਵਾਹ ਸਤਿਗੁਰ ਜੀ ਬੈਠੇ ਨੇ ਖੂਹ ਦੇ ਕਿਨਾਰੇ, ਜਲ ਛਕ ਰਹੇ ਨੇ, ਬੱਟਾਂ ਡੌਲਾਂ ਤੇ ਭੱਜੀ ਮਾਂ ਤ੍ਰਿਪਤਾ ਜਾ ਰਹੀ ਹੈ। ਮਹਿਤਾ ਕਲਿਆਣ ਚੰਦ ਭੱਜੇ ਜਾਂਦੇ ਆ, ਖੁਸ਼ੀ 'ਚ ਖੀਵੇ ਹੋਏ ਪਏ ਆ, ਸਮਝ ਨਹੀਂ ਆਉਂਦੀ ਕੀ ਕਰੀਏ। ਬਾਪੂ ਜੀ ਨੂੰ ਤੇ ਲੱਗਦਾ ਵੀ ਅੱਜ ਪੁੱਤ ਕਾਬੂ ਆ ਗਿਆ, ਹੁਣ ਨਹੀਂ ਜਾਣ ਦਿੰਦਾ। ਆਖੋ ਸਤਿਨਾਮ ਬਥੇਰਾ ਘੁੰਮ ਲਿਆ। ਪਿਤਾ ਜੀ ਮੋਹ ਦੇ ਜਾਲ ਚਲੇ, ਇਹ ਗੁਰੂ ਸਾਹਿਬ ਨੇ ਆਪ ਪਾਏ। ਮਾਂ ਮੋਹ ਨਹੀਂ ਕਰਦੀ, ਮਾਤਾ ਪ੍ਰੇਮ ਕਰਦੀ ਹੈ। ਸੁਣ ਸੁਣ ਸਭ ਕੁਟੰਬ ਕੇ ਗਵਨਾ, ਤਾਹਾਂ ਗਏ ਜਹ ਥੀ ਗੁਣ ਭਵਨਾ। ਸਾਹੋ ਸਾਹੀ ਹੋਏ, ਸਾਹ ਚੜਿਆ ਹੋਇਆ ਸਤਿਗੁਰਾਂ ਦੇ ਪਿਤਾ ਤੇ ਚਾਚਾ ਜੀ ਜਦੋਂ ਮਰਦ ਦੇ ਸਾਹਮਣੇ ਖੜੇ ਨਾ, ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਪਾਲਿਆ ਆ ਗਏ। ਫਿਰ ਆਖੋ ਸਤਿਨਾਮ। ਗੁਰੂ ਸਾਹਿਬ ਬੜੇ ਅਦਬ ਨਾਲ ਪਰ ਡਰ ਗਏ ਆ, ਕਿਉਂਕਿ ਉਹਨਾਂ ਨੇ ਭਾਈ ਬਾਲਾ ਜੀ ਨੂੰ ਵੀ ਆ ਗਏ, ਡਰ ਗਏ ਵੀ ਪਿਤਾ ਜੀ ਆਏ, ਵੀ ਜਿਹੜਿਆਂ ਕੰਮਾਂ ਤੋਂ ਡਰਦੇ ਘਰ ਨਹੀਂ ਗਏ ਉਹੀ ਕੁਝ ਹੁਣ ਇੱਥੇ ਹੋਊਗਾ। ਸਤਿਕਾਰ ਕਰਦੇ ਆ ਸਤਿਗੁਰ ਆਪਣੇ ਮਾਪੇ, ਮਾਪੇ ਬਜ਼ੁਰਗ ਹੋ ਜਾਂਦੇ ਆ, ਮਾਪੇ ਬੱਚਿਆਂ ਦਾ ਕੀ ਵਿਗਾੜ ਸਕਦੇ ਆ। ਜੇ ਆਪਾਂ ਜ਼ੋਰ ਦੀ ਗੱਲ ਕਰ ਲਈ, ਬਾਪੂ ਬਜ਼ੁਰਗ ਹੈ, ਕੀ ਹੱਥ ਚੁੱਕ ਲੂਗਾ, ਪੁੱਤ ਨੌਜਵਾਨ ਹੈ, ਕੁੱਟਮਾਰ ਕਰ ਸਕਦਾ, ਪਰ ਨਹੀਂ। ਸਤਿਕਾਰ ਕੀ ਹੈ, ਅਦਬ ਕੀ ਹੈ। ਜੇ ਪਿਤਾ ਨੇ ਦਾਬਾ ਮਾਰਿਆ ਤੇ ਪੁੱਤ ਉੱਠਦਾ ਨਹੀਂ, ਇਹ ਡਰ ਹੈ ਮਨ ਦੇ ਵਿੱਚ, ਸਤਿਕਾਰ ਹੈ ਉਹਨਾਂ ਦਾ। ਗੁਰੂ ਨਾਨਕ ਸਾਹਿਬ ਮਰਦੇ ਨੇ ਵੇਖਿਆ ਨਾ ਵੀ ਸਾਹ ਚੜੇ ਆ, ਪਸੀਨੇ 'ਚ ਭਿੱਜੇ ਹੋਏ ਆ, ਪਿਤਾ ਜੀ ਵੀ ਆ ਗਏ ਆ, ਮਰਦ ਇੱਕਦਮ ਆਪਣੇ ਪਲੰਗੇ ਤੋਂ ਉੱਠੇ, ਭਾਈ ਮਰਦਾਨਾ ਜੀ ਪਿੱਛੇ ਹੋ ਗਏ ਵੀ ਪਿਓ ਪੁੱਤ ਮਿਲਣ ਲੱਗੇ ਨੇ, ਮਨਾ ਦੂਰੀ ਹੈ। ਆਖੋ ਸਤਿਨਾਮ। ਕਿਉਂਕਿ ਅੱਗੇ ਮਾਣ ਸਤਿਕਾਰ ਘਰੋਂ ਲੈ ਕੇ ਆਏ ਹੋਏ ਆ। ਉਹ ਕਹਿੰਦੇ ਸੀ ਮਰਾਸੀਆ ਤੂੰ ਮੇਰਾ ਪੁੱਤ ਪੱਟਿਆ, ਰੋਜ਼ ਹੀ ਪੈਸੇ ਲੈਣ ਤੁਰ ਪੈਂਦਾ। ਭਾਈ ਬਾਲਾ ਦੀ ਚੁੱਪ ਚਪੀਤੇ ਕਹਿੰਦੇ ਪਾਤਸ਼ਾਹ ਗੁਰੂ ਸਾਹਿਬ ਉੱਠ ਗਏ, ਪੜਿਆ ਬਣਾ, ਦੋਨੇ ਹੱਥ ਜੋੜ ਕੇ ਪਿਤਾ ਵੱਲ ਦੌੜੇ ਨੇ। ਜਨਨ ਜਨ ਕੇ ਆਵਤ ਜਬ ਹੀਰੇ, ਕਮਲਾ ਨਨ ਉੱਠ ਕਰ ਬਿਨ ਦੇਰੇ। ਸਤਿਗੁਰਾਂ ਨੇ ਬਿਨਾਂ ਦੇਰ ਸਭ ਤੋਂ ਪਹਿਲਾਂ ਭੱਜ ਕੇ ਪਿਤਾ ਜੀ ਦੇ ਚਰਨਾਂ ਤੇ ਸਿਰ ਰੱਖਦਾ, ਸਿਰ ਰੱਖਿਆ, ਸਿਰ ਮਸਤਕ ਤੇ ਪਿਤਾ ਜੀ ਦੇ ਕਾਲਜੇ ਠੰਡ ਪੈ ਗਈ। ਸ਼ੁਕਰ ਹੈ ਮਿਲਦਾ ਜੁਲਦਾ। ਆਖੋ ਸਤਿਨਾਮ। ਫਸਟ ਇੰਪ੍ਰੈਸ਼ਨ ਇਨ ਦਾ ਲਾਸਟ ਇੰਪ੍ਰੈਸ਼ਨ। ਸ਼ੁਕਰ ਹੈ ਪੁੱਤ ਮਿਲਿਆ ਤੇ ਸਹੀ, ਤੇ ਘਰੇ ਕਈ ਦਿਨ ਬੁਲਾਉਂਦਾ ਨਹੀਂ ਸੀ, ਜਾਂਦਿਆਂ ਬੋਲਦਾ ਹੀ ਨਹੀਂ ਸੀ। ਇਹ ਤੇ ਸ਼ਮਸ਼ਾਨਾਂ 'ਚ ਬਹਿ ਜਾਣਾ, ਸੁਲਤਾਨਪੁਰ ਲੋਧੀ ਬਾਪੂ ਮਿਲਣ ਆਏ, ਵੇਖਣੋਂ ਹੀ ਨਹੀਂ ਕੌਣ ਆਇਆ। ਅੱਜ ਬਾਪੂ ਨੂੰ ਇੰਨਾ ਤੇ ਚਾਅ ਚੜ ਗਿਆ ਵੀ ਪੁੱਤ ਮਿਲਣ ਆਇਆ। ਮਰਦ ਨੇ ਚਰਨ ਹੀ ਨਹੀਂ ਛੱਡੇ, ਚਰਨਾਂ ਤੇ ਮੱਥਾ ਟੇਕਿਆ। ਪਿੱਛੇ ਚਾਚਾ ਜੀ ਖੜੇ, ਕਹਿੰਦੇ ਪੁੱਤ ਮਾੜਾ ਮੋਟਾ ਪਿਆਰ ਮੇਰੇ ਜੋਗਾ ਵੀ ਰੱਖ ਲਈ। ਕਿੰਨਾ ਪ੍ਰੇਮ ਕਰਦੇ ਆ ਚਾਚਾ ਲਾਲ ਚੰਦ। ਇਹ ਉਹ ਮਹਾਂਪੁਰਖ ਨੇ ਜਦ ਸਤਿਗੁਰਾਂ ਤੇ ਪਿਤਾ ਜੀ ਵਰਦੇ ਸੀ, ਚਾਚਾ ਜੀ ਹਿੱਕ ਦਾਣੇ ਅੱਗੇ ਖੜਦੇ ਸੀ। ਪਿਤਾ ਤੋਂ ਵੱਧ ਪਿਆਰ ਕਰਦੇ ਸੀ ਚਾਚਾ ਲਾਲ ਚੰਦ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਬਾਪੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਉੱਠੇ ਨੇ। ਚਾਚਾ ਲਾਲ ਚੰਦ ਲਾਲੂ ਜੀ ਦੇ ਚਰਨਾਂ ਤੇ ਫਿਰ ਨਤਮਸਤਕ ਹੋਏ ਨੇ। ਭਿੰਨ ਪਦਨ ਪਰ ਬੰਦਨ ਕੀਨੀ, ਜਨਨੀ ਹਰਖ ਸਿੱਖਾ ਦੀਨੀ। ਹੁਣ ਇਹਨਾਂ ਨੂੰ ਨਮਸਕਾਰ ਕਰਨ ਤੋਂ ਬਾਅਦ ਜਦੋਂ ਇਹਨਾਂ ਘੁੱਟ ਕੇ ਮਰਦ ਨੂੰ ਕਾਲਜੇ ਲਾਇਆ, ਪਿੱਛੇ ਮਾਤਾ ਖੜੀ, ਨੇਤਰਾਂ 'ਚ ਅਥਰੂ ਗੇਰੇ। ਗੁਰੂ ਸਾਹਿਬ ਭੱਜ ਕੇ ਗਏ ਮਾਂ ਦੇ ਚਰਨਾਂ ਤੇ, ਹੱਥ ਜੋੜ ਸੀਸ ਰੱਖਿਆ, ਕਹਿੰਦੇ ਮੱਥਾ ਟੇਕਦਾ ਵਾਂ। ਆ ਸ਼ਬਦ ਸੁਣਨ ਲਈ ਮਾਂ ਤ੍ਰਿਪਤਾ ਤਰਸਦੀ ਸੀ। ਆਖੋ ਸਤਿਨਾਮ। ਕਹਿੰਦੇ ਅੱਖਾਂ 'ਚ ਹੰਝੂਆਂ ਦੀਆਂ ਧਾਰਾਂ ਵਗਦੀਆਂ,
ਪੁੱਤਰ ਆਪਣੇ ਨੂੰ ਮੋਢਿਆਂ ਤੋਂ ਫੜਿਆ, ਘੁੱਟ ਕੇ ਗਲ ਨਾਲ ਲਾ ਲਿਆ। ਘਰ ਸੋ ਲਾਏ ਨੀਰ ਦ੍ਰਿਗ ਜਾਏ, ਮਹਾ ਮੋਹ ਮਾਤਾ ਬਿਰਮਾਈ। ਜਦੋਂ ਸਤਿਗੁਰਾਂ ਨੂੰ ਘੁੱਟ ਕੇ ਕਾਲਜੇ ਨਾਲ ਲਾਇਆ, ਮਾਂ ਦੀ ਛਾਤੀ ਠੰਡੀ ਹੋ ਗਈ। ਮਾਂ ਭੁੱਬਾ ਮਾਰ ਮਾਰ ਕੇ ਰੋਵੇ। ਸਤਿਗੁਰ ਕਹਿੰਦੇ ਮੇਰੀ ਕਮਲੀ ਮਾਈ ਨੂੰ ਉਹ ਤਾਂ ਤੇਰਾ ਜਿਉਂਦਾ ਹੈ, ਠੀਕ ਠਾਕ ਹੈ, ਕਿਉਂ ਰੋਂਦੀ? ਕਹਿੰਦੀ ਪੁੱਤ ਪੁੱਤ ਨਹੀਂ ਤੂੰ ਤੇ ਮੇਰੇ ਲਈ ਰੱਬ ਦੇ ਬਤਾਇਆ ਖੋ ਸਤਨਾਮ। ਸੁੱਖਾਂ ਸੁੱਖ ਕੇ ਮੈਨੂੰ ਤੇਰੇ ਦੀਦਾਰ ਹੋਏ, ਅੱਜ ਮੁੱਦਤਾਂ ਬਾਅਦ ਤੂੰ ਮਾਂ ਨੂੰ ਵੀ ਮਿਲਣ ਨਹੀਂ ਆਇਆ, ਕਿਉਂਕਿ ਰੱਬੀ ਨੂੰ ਹੈ ਤੇ ਮਾਂ ਵੀ ਅੰਦਰੋਂ ਰੱਬੀ ਹੈ। ਉਹ ਕੋਈ ਦੁਨਿਆਵੀ ਮਾਂ ਥੋੜੀ ਹੈ ਵੀ ਮਮਤਾ ਦੇ ਵਿੱਚ ਆ ਕੇ ਵੱਧ ਘੱਟ ਵੀ ਬੋਲ ਜਾਣਾ, ਫਿਰ ਮਮਤਾ ਚ ਆ ਕੇ ਭੁੱਲ ਭੱਲ ਵੀ ਸਾਰਾ ਕੁਝ ਜਾਣਾ। ਉਹ ਮਾਂ ਦੀ ਆਦਤ ਕਰਦੀ ਸੀ, ਉਹ ਮਾਂ ਚਾਹੁੰਦੀ ਸੀ ਮੈਂ ਆਪਣੇ ਪੁੱਤ ਨੂੰ ਮੱਥਾ ਟੇਕ। ਰੱਬ ਹੈ, ਪਰਮਾਤਮਾ ਕੀ ਮਹਿਮਾ ਕਰ ਰਹੇ ਹੋ। ਗੁਰੂ ਸਾਹਿਬ ਨੇ ਮਾਂ ਨੂੰ ਥਾਪੜਾ ਦਿੱਤਾ, ਕਹਿੰਦੇ ਮਾਂ ਅਥਰੂ ਨਹੀਂ ਤੇਰੀ ਦੇ ਉੱਤੇ, ਇਹ ਅਥਰੂ ਇਹ ਹੰਝੂ ਹਮੇਸ਼ਾ ਝੂਠੇ ਹਨ। ਤਜਨਾ ਸਕਤ ਸੁਤ ਕੀ ਨਿਜ ਅੰਕਾ, ਜਿਉ ਪਾਵੇਂ ਪਾਰਸ ਕਿਤ ਰੰਕਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋਈ ਬਹੁਤੀ ਘੁੱਟ ਕੇ ਗਲਵਕੜੀ ਮਾਂ ਤ੍ਰਿਪਤਾ ਨੂੰ ਨਹੀਂ ਪਾਈ, ਕਿਉਂਕਿ ਉਹ ਮੋਹ ਵਿੱਚ ਨਹੀਂ ਹੈ। ਉਹਨਾਂ ਲਈ ਸਾਰੇ ਇੱਕ ਬਰਾਬਰ ਨੇ, ਭਾਵੇਂ ਮਾਂ ਹੋਵੇ ਭਾਵੇਂ ਕੋਈ ਦੁਨੀਆ ਦਾ ਹੋਰ ਹੋਵੇ, ਸਭ ਇੱਕ ਸਮਾਨ ਨੇ। ਪਰ ਮਾਂ ਆਪਣੇ ਪੁੱਤ ਨੂੰ ਨਹੀਂ ਛੱਡਦੀ, ਕਹਿੰਦੀ ਪੁੱਤ ਇੰਨੇ ਸਾਲਾਂ ਬਾਅਦ ਤੂੰ ਆਇਆ, ਬਿਨਾਂ ਦੱਸੇ ਆਇਆ, ਕਿੰਨੇ ਸਨੇਹੇ ਤੇਰੇ ਤੱਕ ਭੇਜੇ ਮੈਨੂੰ, ਤੇ ਕਿਸੇ ਨੇ ਇਹ ਨਹੀਂ ਦੱਸੀ ਤੇਰੀ ਰਾਜੀ ਖੁਸ਼ੀ ਕੀ ਹੈ, ਤੂੰ ਕਿੱਥੇ ਰਹਿਣਾ, ਕਿਵੇਂ ਰਹਿਣਾ। ਮਾਂ ਨੇ ਨਾ ਫਿਰ ਆਪਣੇ ਪੁੱਤ ਦੇ ਸਿਰ ਤੇ ਹੱਥ ਫੇਰਿਆ। ਅੱਗੇ ਪੁਰਾਣੇ ਜ਼ਮਾਨੇ ਦੇ ਜਿਹੜੀਆਂ ਮਾਵਾਂ ਸੀ ਨਾ, ਜਦੋਂ ਪੁੱਤ ਨੂੰ ਮਿਲਦੀਆਂ ਸੀ ਉਹ ਸਿਰ ਤੇ ਹੱਥ ਫੇਰਦੀਆਂ ਸੀ, ਕਿਉਂ? ਉਹਨਾਂ ਨੂੰ ਆਪਣੇ ਪੁੱਤ ਦੀ ਸਰਦਾਰੀ ਤੇ ਮਾਣ ਹੁੰਦਾ ਸੀ ਕਿ ਪੁੱਤਾ ਤੇਰੇ ਸਿਰ ਤੇ ਪੱਗ ਬੜੀ ਸੋਹਣੀ ਲੱਗਦੀ ਹੈ, ਤੇਰੀ ਪਗੜੀ ਬੜੀ ਸੋਹਣੀ ਹੈ। ਅੱਜ ਕੱਲ੍ਹ ਵਾਲਿਆਂ ਦੇ ਕੀ ਹੈ, ਜੇ ਮਾਂ ਨੇ ਹੱਥ ਲਾ ਲਿਆ ਤੀਰ ਨਾਲ ਲਿਪੜ ਜਾਣੇ ਆ। ਮੈਂ ਕਹਿੰਦਾ ਝੋਨੇ ਵਾਂਗੂ ਵਾਲ ਖੜੇ ਆ, ਚੈਨਾ ਲੱਗ ਗਏ। ਪਹਿਲੇ ਕਹਿੰਦੇ ਬੇਬੇ ਪਰਾਂ ਹੋਇਆ, ਹੇਅਰ ਸਟਾਈਲ ਨਾਲ ਖਰਾਬ ਕਰਦੀ, ਆਹ ਕਰ ਜੂਦੇ ਹਾਲ ਨੇ। ਅੱਗੇ ਮਾਵਾ ਆਪਣੇ ਪੁੱਤ ਦੇ ਮੱਥੇ ਨੂੰ ਚੁੰਮਦੀਆਂ, ਉਹਦੇ ਸਿਰ ਨੂੰ ਹੱਥ ਲਾਉਣਾ, ਉਹਦੀ ਪਗੜੀ ਦੇ ਹੱਥ ਲਾਉਣਾ ਵੀ ਪੁੱਤ ਇਹ ਸ਼ਾਨਾਮਤੀ ਇੱਜ਼ਤ ਹੈ। ਮਰਦ ਦੀ ਪਗੜੀ ਨੂੰ ਹੱਥ ਲਾਇਆ, ਪਰ ਜੋ 2 ਗਜ ਦੀ ਪਗੜੀ ਘਰੇ ਤੇ ਗੁਰੂ ਸਾਹਿਬ ਵੱਡਾ ਪਰਨਾਵਾ, ਇਸ ਨੂੰ 2 ਗਜ ਕਿੰਨਾ ਹੁੰਦਾ ਹੈ ਹਿਸਾਬ ਨਾਲ ਟੁਕੜਾ ਦੇ ਹੁੰਦਾ। ਐਵੇਂ ਮਰਦ ਨੇ ਬੜਾ ਸਾਜਾ ਮਾਰਿਆ ਹੋਇਆ। ਮਾਂ ਨੇ ਆਪਣੇ ਪੁੱਤ ਦੇ ਮੁਖ ਨੂੰ ਚੁੰਮਿਆ, ਵੇਖਿਆ, ਨਜ਼ਰਾਂ ਭਰ ਭਰ ਵੇਖ ਕੇ ਮਾਂ ਤ੍ਰਿਪਤਾ ਅੱਖਾਂ ਵਿੱਚੋਂ ਹੰਝੂ ਵਹਾਉਂਦੀ ਹੈ। ਅਸ਼ਰਪਾਤ ਸੋ ਭੀਗੇ ਅੰਗਾ, ਮਨੋ ਪ੍ਰੇਮ ਪਰਵਾਹੇ ਅਮੰਗਾ। ਪ੍ਰੇਮ ਦੇ ਪ੍ਰਵਾਹ ਚ ਡੁੱਬੇ ਹੋਏ ਆ। ਇੱਥੇ ਕੋਈ ਸ਼ਬਦ ਮੋਹ ਨਹੀਂ ਆਇਆ ਵੀ ਮਾਂ ਨੇ ਮੋਹ ਕੀਤਾ, ਪੁੱਤ ਮੈਂ ਤੇਰੇ ਬਿਨਾ ਮਰ ਜੂ, ਪੁੱਤ ਤੂੰ ਮੈਨੂੰ ਮਿਲਣ ਨਹੀਂ ਆਇਆ, ਮੇਰਾ ਤੇਰੇ ਬਿਨਾ ਚਿੱਤ ਨਹੀਂ ਲੱਗਿਆ। ਨਹੀਂ, ਮਾਂ ਪ੍ਰੇਮ ਚ ਕਹਿੰਦੀ ਹੈ ਸੱਚੇ ਪਾਤਸ਼ਾਹ ਦਰਸ਼ਨਾਂ ਨੂੰ ਰੋਜ਼ਦੇ ਰਹੇ ਆ, ਤਰਸਦੇ ਰਹੇ ਆ। ਆ ਗਲੀਆਂ ਤੁਹਾਡੇ ਬਿਨਾ ਸੁੰਨੀਆਂ ਲੱਗਦੀਆਂ ਨੇ, ਤੁਹਾਡੇ ਮਿੱਠੇ ਮਿੱਠੇ ਬੋਲ ਕੰਨਾਂ ਚ ਮਿਸ਼ਰੀ ਘੋਲਦੇ ਸੀ, ਕਦੇ ਸੁਣਨ ਨੂੰ ਮਿਲੇ ਨਹੀਂ। ਦੋਹਰਾ ਵੇਖ ਗੁਰੂ ਕੋ ਦੇਖ ਕਰ, ਪੇਤਵ ਸਿਖਰ ਸਮਾਨ। ਕੱਟ ਕੋ ਪੀਨ ਇੱਕ ਨੁਕਤ ਕਰ, 2 ਦੁਪਟੇ ਸਭਿਆਨ। ਇੱਧਰ ਤੇ ਮਾਂ ਤ੍ਰਿਪਤਾ ਆਪਣੇ ਪੁੱਤ ਨਾਲ ਗੱਲਾਂ ਕਰਦੀ ਪ੍ਰੇਮ ਨਾਲ, ਆਈਨੇ ਨੂੰ ਬਾਪੂ ਜੀ ਨੂੰ ਪਸੰਦ ਕਰਿਆ। ਕਿਉਂ? ਕਹਿੰਦੇ ਉਹ ਪ੍ਰਧਾਨ ਤੂੰ ਇੱਥੇ ਵੀ ਕਰਦਾ ਬੇਵਜ੍ਹਾ ਹੀ। ਭਾਈ ਬਾਲਾ ਜੀ ਨੂੰ ਕਹਿੰਦੇ ਵੇਖ ਮੈਂ ਤੈਨੂੰ ਕਿਹਾ ਸੀ ਨਾ ਵੀ ਮੇਰੇ ਪੁੱਤ ਨੂੰ ਪੱਟਣ ਵਾਲਾ ਤੂੰ ਐ, ਅੱਜ ਵੀ ਘਰ ਨਹੀਂ ਲੈ ਕੇ ਆਇਆ, ਆਪਣੇ ਪਿਓ ਦੇ ਖੇਤਾਂ 'ਚ ਲਈ ਬੈਠਾ। ਆਖੋ ਸਤਿਨਾਮ ਕਰ ਲੋ ਭਲਾ। ਪਰ ਭਾਈ ਬਾਲਾ ਜੀ ਨਹੀਂ ਕੁਛ ਬੋਲੇ। ਐਨੇ ਫਿਰ ਉਹ ਗੁੱਸਾ ਲੱਥ ਦਾ ਇੱਧਰਲੇ ਪਾਸੇ ਆ ਗਿਆ। ਕਿਉਂ ਆਇਆ ਗੁਰੂ ਸਾਹਿਬ ਤੇ ਗੁੱਸਾ? ਮਰਦ ਨੇ ਨਾ ਸਿਰੇ ਉੱਤੇ 2 ਗਜ ਦਾ ਟੁਕੜਾ ਬੰਨਿਆ ਤੇ 2 ਹੀ ਟੁਕੜੇ ਮਰਦ ਦੇ ਕੋਲ ਨੇ। ਕੱਪੜੇ ਜਿਹੜੇ ਨੇ ਸਿਰਫ 3 ਟੁਕੜੇ ਨੇ, ਮਰਦ ਕੋਲ ਕੱਪੜੇ ਆ 3 ਟੁਕੜੇ। ਭਗਵੇ ਰੰਗ ਦੇ ਕੱਪੜੇ ਪਾਏ, ਜਾਣ ਬੁੱਝ ਕੇ ਸਾਧਾਂ ਵਾਲੇ। ਹੱਥ ਵਿੱਚ ਮਰਦ ਦੇ ਇੱਕ ਗੜਬਾ ਜਿਹਾ ਫੜਿਆ ਸੀ, ਜਿਹਨੂੰ ਕੁੰਭੀ ਕਹਿੰਦੇ ਆ। ਸਾਧਾਂ ਦੇ ਕੋਲ ਚਿੱਕੀਆਂ ਫੜੀਆਂ ਹੁੰਦੀਆਂ। ਲੱਕ ਦੇ ਨਾਲ ਮਰਦ ਨੇ ਇੱਕ ਹਲਕਾ ਜਿਹਾ ਕਮਰ ਕਸਾ ਲਾਇਆ। ਬਾਪੂ ਨੂੰ ਚੜ ਗਿਆ ਗੁੱਸਾ ਵੀ ਮੈਂ ਪਟਵਾਰੀਆ ਕੀ ਜਲੂਸ ਕੱਢੀ ਫਿਰਦਾ ਹੈ। ਜਦੋਂ ਇੱਥੋਂ ਤੁਰ ਕੇ ਘਰ ਨੂੰ ਜਾਊ ਕਿੰਨੇ ਲੋਕ ਵੇਖਣਗੇ, ਕੀ ਇੱਜ਼ਤ ਮੇਰੀ ਰਹਿਣੀ ਹੈ। ਵਾਹ ਓਏ ਤੂੰ ਤੇ ਸਾਧਾ ਤੋਂ ਵੀ ਟੱਪ ਗਿਆ। ਗੁੱਸੇ 'ਚ ਭਰੇ ਪੀਤੇ ਬਾਪੂ ਜੀ ਜਦੋਂ ਸਤਿਗੁਰਾਂ ਦੇ ਨੇੜੇ ਆਏ ਨਾ,
सच्चे पातशाह दे चाचा जी ने अपने भरा दी बांह फड़ ली, इशारा किया ना कि पाप ना करी। सो पई कटै लपेट्यो एक सबियाना, दूजो तन परम्या निधाना। ऐसा की है पिता जी गुस्से च अग बबूले हो गए। भाई बाला जी कहते मैं दस दिया गुस्से का कारण जायज है। कहते सतगुरां दे शरीर ते दो चादरां सी, दो मीटर दी। एक चादर जिवें चादरे बजुर्ग नहीं लाउंदे, पुराने समय दे लाउंदे हुंदे सी लोग, पिंडां जद भी लाए होए। एक ते चादरा लाया भगवे दा, ते दूजा गुरु साहब ने ना वो चादरा उत्ते लपेटिया होया। जिवें अजकल आ पौने दो अखड़ बाबा नहीं लाई फिरदा, चलो ये तो पखंडी है, ठग है, ना इहदी की गल करनी है। उस तरीके नाल ये इक्को ही लैके साड़ी नहीं लाई फिरदा, लोग पैजे सलवार भी पा लैंदे। पर जिवें बाबा सीचे वाला ना, कदे वेखिया होना तुसीं, नोट करियो, मैं तां प्रमाण दिंदा भी वो समझ आ जाएगा। बाबा सीचे वाला जी ने लाया होया ना, एक कपड़ा उत्ते हुंदा है, एक लक नाल बन्निया होंदा। इसे तरह भगवे कपड़े पा के गुरु नानक साहब जी ने एक चादरा लक नाल ते दूजे चादरे नाल मोटे लपेटे हुए। पुराने जिहड़े बजुर्ग सी ते गुरु साहब दी भी मर्यादा लिखी हुई है, गुरु का सिख नंगे सिर ते नंगे मोटे कदे रोटी नहीं खाता। कदे नोट करियो निहंग ਸਿੰਘਾਂ ਨੂੰ ਕਸ਼ਹਿਰਾ भी बदलते होणगे ना, मोटे कच्चे ਹੁੰਦੇ ਉਹਨਾਂ ਦੇ, ਤੇ ਸਾਡੇ ਤੇ ਤੌਲੀਏ ਤੋਂ ਟੁਕੜੇ ਦੇ ਆ। ਕਿਹੜੀ ਸਿੱਖੀ ਹੈ ਸਾਡੇ? ਭਾਵ ਮਰਦ ਹਮੇਸ਼ਾ ਆਪਣੇ ਮੋਢੇ ਕੱਜ ਕੇ ਰੱਖਦੇ ਆ। ਜਿਹੜਾ ਨਹੀਂ ਕੱਜਦਾ ਰਹਿਤਨਾਮਿਆਂ ਚ ਉਹਨੂੰ ਤਨਖਾਹੀਆ ਲਿਖਿਆ ਹੋਇਆ ਹੈ। ਤੇ ਜਿਸ ਮਨੁੱਖ ਨੇ ਕਦੇ ਆਪਣੇ ਮੋਢੇ ਕੱਜ ਕੇ ਵਸਤਰ ਨਹੀਂ ਨਾ ਬਦਲੇ, ਕਦੇ ਪ੍ਰਕਰਮਾਂ ਚ ਸੱਚਖੰਡ ਹਰਿਮੰਦਰ ਸਾਹਿਬ ਵੇਖੋ ਟਕਸਾਲ ਦੇ ਸਿੰਘਾਂ ਨੂੰ ਘੋੜਾ ਕਿੱਦਾਂ ਉਹ ਕੱਜਦੇ ਆ। ਕਹਿੰਦੇ ਉਹ ਜਿਹੜਾ ਨਹੀਂ ਕੱਜਦਾ ਸਦਾ ਦੁਖੀ ਹੋ ਰਹਿੰਦਾ। ਆਖੋ ਸਤਿਨਾਮ, ਸੁਖੀ ਨਹੀਂ ਹੋ ਸਕਦਾ। ਆ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਅਸੀਂ ਦੁਖੀ ਹਾਂ। ਅਸੀਂ ਕਿਉਂ ਨਹੀਂ ਖੁਸ਼ ਹੋ ਸਕਦੇ? गुरु नानक साहब जी ने मोटे कच्चे होए आ, ऐदा बुकल मारी हुई जिद्दां पलोई दी बुकल मारदे आ। थल्ले चादरा लाया गुरु साहब ने, कहते दो गज दा टुकड़ा मर्द ने सीस ते लपेटिया होया आवी ते उस भगत हत्थ च फड़िया कमंडल, जिवें कोई साध होवे पूरा। चरनां दे विच खड़ावां पाईयां ने। पिता जदों पुੱਤ ਨੂੰ सिर तो पैरां तक ਸਕੈਨ ਕਰਦੇ आ, दिल करदा मैं फेर मारां च। बापू बेबस हो के ਉੱਚੀ ਉੱਚੀ ਬੋਲਣ ਲੱਗ ਪਏ। ਏਕ ਨੁਕਤ ਸਿਰ ਉਪਰ ਸੋ ਹੈ, ਮਿਨਤੀ ਜੁਗਲ ਗਜਨ ਕਾ ਜੋ ਹੈ। ਉਹ ਸਾਰੇ ਕੱਪੜੇ ਸਤਿਗੁਰਾਂ ਦੇ 2-2 ਗਜਾਂ ਦੇ ਆ। ਸਿਰ ਦੇ ਉੱਤੇ ਬਸਤਰ ਉਹ ਵੀ 2 ਗਜ, ਸਰੀਰ ਦੇ ਮੋਢਿਆਂ ਤੇ ਪਾਇਆ 2 ਗਜ, ਲੱਕ ਤੇ ਬੰਨਿਆ 2 ਗਜ। ਭਾਵ ਕੀ ਹੈ? ਦੁਨੀਆ ਤੋਂ ਬੰਦਿਆ 2 ਗਜ ਦਾ ਕੱਪੜਾ ਵੀ ਤੇਰੇ ਨਾਲ ਨਹੀਂ ਜਾਣਾ। ਆਖੋ ਸਤਿਨਾਮ। ਲੜਦਾ ਦੁਨੀਆ ਨਾਲ ਫਿਰਦਾ ਹੈ, ਇਕੱਠਾ ਕਰਦਾ ਫਿਰਦਾ ਸਾਰਾ ਕੁਝ। ਜਾਏਗਾ ਕਿ ਜਿਸ ਥਾਂ ਤੇ ਤੂੰ ਬੈਠਾ ਨਾ, ਬਾਣੀ ਕਹਿੰਦੀ ਜਿਸ ਆਸਣ ਹਮ ਵੈਸੇ ਕੀਤੇ ਬੈਸ ਗਏ। ਜਿਹੜੇ ਥਾਂ ਤੇ ਤੂੰ ਬੈਠਾ ਨਾ, ਕਿੰਨੇ ਆਏ ਕਿੰਨੇ ਤੁਰ ਗਏ। ਅੱਜ ਤੇ ਸ਼ਮਸ਼ਾਨ ਘਾਟ ਵੀ ਆਪਣਾ ਨਹੀਂ, ਉੱਥੇ ਵੀ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿੰਨੇ ਘਟ ਪਾਏ ਹੁੰਦੇ। ਅਗਲਾ ਕਹਿੰਦਾ ਕਰੋ ਯਾਰ, ਪਹਿਲਾ ਦੂਜਾ ਆ ਗਿਆ, ਦੂਜਾ ਨੰਬਰ ਆ ਗਿਆ, ਟੋਟਲ ਲੱਗਦਾ। ਤੇਰੀ ਕਿਹੜੀ ਥਾਂ ਹੈ? ਅੱਗੇ ਤੇ ਕਹਿੰਦੇ ਸੀ ਨਾ 2 ਗਜ ਬੰਦੇ ਦੀ ਥਾਂ ਹੋ ਜਾਂਦੀ, ਹੁਣ ਤੇ ਉਹ ਵੀ ਨਹੀਂ ਹੈ। ਉਹ ਪਤਾ ਨਹੀਂ 2 ਗਜ ਵਿੱਚ 2 ਲੱਖ 2 ਕਰੋੜ ਕਿੰਨੇ ਫੁੱਕੇ ਗਏ ਆ, ਉਹ ਵੀ ਥਾਂ ਹੋਈ। ਇਹ ਫਕੀਰ ਸਾਧੂ ਤਾਂ ਪਾ ਕੇ ਰੱਖਦੇ ਸੀ ਵੀ ਇਸ ਬਸਤਰੇ ਉੱਤੇ ਕੋਈ ਜੇਬ ਨਹੀਂ ਲੱਗੀ। ਕੀ ਇਕੱਠਾ ਕਰਨਾ ਹੈ ਕੋਈ ਜੇਬ? ਇਹ 2 ਗਜ ਤੋਂ ਭਾਵ ਹੁੰਦਾ ਕਫਨ, ਕਿਉਂਕਿ ਕਫਨ 2 ਗਜ ਤੋਂ ਵੱਧ ਨਹੀਂ ਹੁੰਦਾ। ਆਖੋ ਸਤਿਨਾਮ। ਇਹਨਾਂ ਕੀ ਹੁੰਦਾ? ਗੁਰੂ ਨਾਨਕ ਸਾਹਿਬ ਮਹਾਰਾਜ ਜਮਾਨੇ ਨੂੰ ਸੇਧ ਦੇ ਰਹੇ ਆ, ਪਰ ਬਾਪੂ ਜੀ ਨੇ ਬੜੇ ਸੋਹਣੇ ਕੱਪੜੇ ਪਾਏ। ਪਟਵਾਰੀ ਸਾਹਿਬ ਨੇ, ਪਟਵਾਰੀਆਂ ਦਾ ਤੇ ਅੱਜ ਵੀ ਠਾਠ ਬੜਾ। ਨਾਲੇ ਉਦੋਂ 550 ਸਾਲ ਪਹਿਲਾਂ ਦੀ ਗੱਲ, ਉਦੋਂ ਦੇ ਪਟਵਾਰੀ ਦਾ ਰਸੂਲ ਕਿੰਨਾ ਹੁੰਦਾ, ਕਿੱਡੇ ਕਰਤਾ ਧਰਤਾ। ਤੇ ਬਾਪੂ ਜਦੋਂ ਪੁੱਤ ਵੱਲ ਵੇਖਦੇ ਵੀ ਕੀ ਇਹ ਸਾਧਨਾ ਚ ਬਣਿਆ ਫਿਰਦਾ ਹੈ, ਭਰ ਜਵਾਨੀ ਦੀ ਉਮਰ ਹੈ, ਕੋਈ ਬੁੱਢਾ ਨਹੀਂ ਹੋਇਆ, ਬਜ਼ੁਰਗ ਨਹੀਂ ਹੋਇਆ, ਕੀ ਇਹ ਜਲੂਸ ਕੱਢਿਆ ਪੁੱਤ ਮੇਰੇ? ਬੇਬਸ ਹੋ ਕੇ ਆਪ ਮੁਹਾਰੇ ਬੋਲਦੇ ਨੇ। ਐਸੋ ਧਿਆਨ ਧਰਤ ਸਿੱਖ ਜੋ, ਮਨ ਬਾਛਤ ਫਲ ਪਾਵੇਂ ਤੇਉ। ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਸਿੱਖੋ ਅੱਜ ਧਿਆਨ ਦੇ ਕੇ ਸੁਣ ਲਓ, ਜਿਹੜਾ ਸਿੱਖ ਇਸ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ ਨਾ, ਸਰੂਪ ਦੇ ਵਿੱਚ ਰੱਖ ਕੇ, ਕਹਿੰਦੇ ਮਨ ਬਾਛਤ ਫਲ ਗੁਰੂ ਨਾਨਕ ਪਾਤਸ਼ਾਹ ਬਖਸ਼ਦੇ ਨੇ। ਆਖੋ ਸਤਿਨਾਮ। ਇਸ ਸਰੂਪ ਵਿੱਚ ਵਿਚਰਦੇ ਸੀ ਮਰਦ। ਕਦੇ ਉਹ ਕੱਪੜਿਆਂ ਦਾ ਰੰਗ ਨੀਲਾ ਵੀ ਹੋ ਜਾਂਦਾ ਹੈ, ਕਦੇ ਸਫੇਦ ਵੀ ਹੋ ਜਾਂਦਾ ਹੈ, ਭਗਵਾ ਵੀ ਹੋ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਮਰਦ ਖੇਡ ਵਰਤਾਉਂਦੇ ਸੀ, ਪਰ ਰਹਿੰਦੇ 2 ਗਜ ਕੱਪੜਿਆਂ 'ਚ ਸੀ।
ਆ ਜਿਹੜੇ ਅੱਜ ਕੱਲ੍ਹ ਗੋਟੇ ਗੋਟੇ 'ਚ ਚੱਲਦੇ ਨਾ ਬੀਬੀਆਂ ਵਾਲੇ ਚੋੜਿਆਂ ਨੂੰ, ਇਹ ਸਾਡੀ ਕੌਮ ਦਾ ਕੰਮ ਨਹੀਂ ਸੀ, ਪਤਾ ਨਹੀਂ ਕਿੱਥੋਂ ਆ ਗਏ। ਸੁੱਖ ਨਾਲ ਸਾਡੇ ਚੋੜਿਆਂ ਦੀ ਜੇਬਾਂ ਵੀ ਜਿੰਨੇ ਮਰਜ਼ੀ ਪੈਸੇ ਪਾ ਲਓ ਭਰਦੀਆਂ, ਜਿੰਨਾ ਮਰਜ਼ੀ ਸਮਾਨ ਛੁੱਟੀ ਜੋ ਭਰਦੀਆਂ। ਅਸੀਂ ਤਾਂ ਲਾਈਆਂ ਨੇ ਵੀ ਜੇ ਕੋਈ ਇੱਧਰ ਉੱਧਰ ਫੜਾ ਦੇ ਗੱਥੀ ਫੜੀ ਜੇਬ 'ਚ ਪਾ ਤੇ ਲਈ, ਪਰ ਕੱਫਣ ਦੀ ਜੇਬ ਨਹੀਂ ਹੁੰਦੀ। ਗੁਰੂ ਸਾਹਿਬ ਨੇ ਜਦੋਂ ਵੇਖਿਆ ਵੀ ਪਿਤਾ ਜੀ ਬੋਲਦੇ ਆ, ਮਰਦ ਨੇ ਨੇਤਰ ਨੀਵੇਂ ਕਰ ਲਏ, ਬੋਲੀ ਕੁਛ ਨਹੀਂ, ਇਸੇ ਗੱਲ ਤੋਂ ਡਰਦੇ ਸਤਿਗੁਰ ਘਰ ਨਹੀਂ ਸੀ ਆਉਂਦੇ। ਜਬ ਕਾਲੋ ਬਿਖਰ ਸਮਨ ਕੀਨੀ, ਲਾਲੋ ਸਭ ਬਿਦ ਮਨ ਮਹਿ ਚੀਨੀ। ਸਤਿਗੁਰਾਂ ਦੇ ਚਾਚਾ ਲਾਲ ਚੰਦ ਜੀ ਨੇ ਮਾਨੀ ਮਨ ਜਾਣਿਆ ਵੀ ਇਹਨੇ ਮੇਰੇ ਭਰਾ ਨੇ ਹੱਥ ਫੇਰ ਚੁੱਕ ਲੈਣੇ। ਕਿਉਂ ਚੁੱਕਣਗੇ ਹੱਥ? ਕਿਉਂਕਿ ਉਹਨਾਂ ਅੰਦਰ ਸ਼ਰਧਾ ਥੋੜੀ ਹੈ, ਉਹਦੇ ਪੁੱਤ ਸਮਝਦੇ ਆ ਵੀ ਮੇਰਾ ਪੁੱਤ ਨਕੰਮਾ ਹੈ, ਮੇਰਾ ਪੁੱਤ ਨਖੱਟੂ ਆ, ਇਹਨੇ ਘਰ ਉਜਾੜਤਾ, ਇਹਨੇ ਛੱਡਿਆ ਹੀ ਕੁਛ ਨਹੀਂ, ਇਹ ਤੇ ਆਪਣੀ ਪਤਨੀ ਛੱਡ ਗਿਆ। ਹੁਣ ਬਾਪੂ ਜੀ ਨੂੰ ਇਹ ਲੱਗਦਾ ਵੀ ਮੇਰਾ ਪੁੱਤ ਗਲਤ ਹੈ, ਤਾਂ ਹੀ ਇਹਦੀ ਪਤਨੀ ਚਲੇਗੀ, ਤਾਂ ਹੀ ਬੱਚੇ ਪ੍ਰਮਾਣ ਛੱਡ ਗਏ ਵੀ ਆ ਜਿਹੜੇ ਕੱਪੜੇ ਪਾਏ ਘਰ ਵਸਾਉਣ ਵਾਲੇ ਆ, ਜਿਹੜੇ ਵਸਤਰ ਪਾਏ ਹੋਏ ਆ। ਬਾਪੂ ਜੀ ਦੁਨਿਆਵੀ ਪੱਧਰ ਤੇ ਠੀਕ ਨੇ, ਪਰ ਧਰਮ ਦੀ ਰਾਹ ਰੀਤ ਵਿੱਚ ਪਿਤਾ ਜੀ ਇੱਕ ਪਾਸੇ। ਲਾਲ ਚੰਦ ਜੀ ਨੇ ਆਪਣੇ ਭਰਾ ਦੀ ਬਾਹ ਖਿੱਚੀ ਹੈ ਸਮਝਾਉਂਦੇ, ਪਰ ਕਲਿਆਣ ਚੰਦ ਕਿੱਥੇ ਮੰਨਦੇ ਆ। ਕਹਿੰਦੇ ਲਾਲੂ ਪਾਸੇ ਹੋ ਜਾ, ਅੱਗੇ ਵੀ ਤੂੰ ਬੜੀ ਵਾਰ ਬਚਾਇਆ, ਅੱਜ ਨਾ ਰੋਕ ਮੈਨੂੰ ਜਿਉਣ ਜੋਗਾ ਮੇਰੇ ਪੁੱਤ ਨੇ ਛੱਡਿਆ ਨਹੀਂ। ਸਰਬ ਬਿਟਨ ਸੋ ਅਦਕ ਬੁੱਧਵਾਨਾ, ਕਾਰ ਵਿਚਾਰ ਤਿੰਨ ਬਚਨ ਬਖਾਨਾ। ਵੱਡੇ ਭਰਾ ਆਪਣੇ ਕਲਿਆਣ ਚੰਦ ਜੀ ਦੀ ਬਾਹ ਫੜ ਕੇ ਲਾਲ ਚੰਦ ਇੱਕ ਪਾਸੇ ਲੈ ਕੇ ਆਏ, ਕਹਿੰਦੇ ਵੇਖ ਵੀਰਾ ਤੂੰ ਵੱਡਾ ਹੈ, ਤੂੰ ਸਮਝਦਾਰ ਆ, ਮੈਥੋਂ ਵੱਧ ਸਿਆਣਾ ਹੈ, ਪਰ ਐਸ ਵੇਲੇ ਗੁੱਸੇ ਨਾਲ ਮਸਲਾ ਹੱਲ ਨਹੀਂ ਹੋਣਾ। ਪੁੱਤ ਤੇਰਾ ਮਸਾਂ ਮੁੱਦਤਾਂ ਬਾਅਦ ਪਿੰਡ ਆਇਆ, ਡਰਦਾ ਤਾਂ ਇੱਥੋਂ ਘਰ ਨਹੀਂ ਆਇਆ, ਤੂੰ ਕੀ ਚਾਹੁੰਦਾ ਵੀ ਦੁਬਾਰਾ ਕਦੇ ਘਰ ਨਾ ਆਵੇ? ਕੰਟਰੋਲ ਕਰ ਆਪਣੇ ਆਪ। ਇਹ ਸਥਿਤੀ ਲੜਨ ਵਾਲੀ ਨਹੀਂ ਹੈ। ਗੁਰੂ ਸਾਹਿਬ ਤੇ ਪਹਿਲਾਂ ਘਰ ਨਹੀਂ ਆਉਂਦੇ, ਪਿਤਾ ਜੀ ਕਹਿੰਦੇ ਨਾ ਆਵੇ ਨਾ ਆਵੇ, ਮੈਂ ਇਹਨੂੰ ਰੱਖਣਾ ਵੀ ਨਹੀਂ ਕਰੇ। ਗੁੱਸਾ ਚੜਿਆ, ਗੁੱਸਾ ਕੀ ਕਰਦਾ? ਗੁੱਸਾ ਕਹਿੰਦਾ ਆਰ ਪਾਰ ਤਰਕ ਕਰਕੇ ਤੋਂ ਵੇਖੀ ਜਾਊਗੀ। ਪਰ ਲਾਲ ਚੰਦ ਕਹਿੰਦੇ ਨਾ ਇਹ ਨਾ ਕਰ, ਬੜਾ ਪਿਆਰ ਨਾਲ ਸਮਝਾਇਆ, ਥਾਪੜਾ ਦਿੱਤਾ, ਕਹਿੰਦੇ ਮੇਰੇ ਵੱਡੇ ਵੀਰੋ, ਵੱਡੇ ਭਰਾਓ, ਮਨ ਨੂੰ ਏਦਾਂ ਨਾ ਬੋਲੋ, ਉਹ ਤੁਹਾਡਾ ਸਤਿਕਾਰ ਕਰਦੇ ਨੇ। ਹਮਰੀ ਤੁਮਰੀ ਏਕ ਕਹਿ ਲਾਜਾ, ਜਸ ਅਪਜਸ ਕੀ ਕਾਜ ਕੋ ਕਾਜ। ਪਰ ਸਤਿਗੁਰਾਂ ਦੇ ਪਿਤਾ ਨਹੀਂ ਸਮਝਦੇ, ਕਹਿੰਦੇ ਮੇਰੀ ਇੱਜ਼ਤ ਰੋਲਤੀ ਇਹਨੇ, ਲੋਕ ਮੈਨੂੰ ਕੀ ਕਹਿਣਗੇ। ਲੋਕ ਤੇ ਪਹਿਲਾਂ ਹੀ ਤਾਨੇ ਮਾਰਦੇ ਸੀ, ਕਹਿੰਦੇ ਤੇਰਾ ਪੁੱਤ ਕਿਸੇ ਕੰਮ ਦਾ ਨਹੀਂ ਹੋਣਾ, ਵੇਖੀ ਸਾਧਾ ਨਾਲ ਫਿਰਿਆ ਕਰੂਗਾ, ਕਰਤਾ ਇਹਨੇ ਸਾਰਾ ਕੁਛ। ਲਾਲ ਚੰਦ ਪਤਾ ਕੀ ਕਹਿੰਦੇ? ਲਾਲੂ ਜੀ ਕਹਿੰਦੇ ਵੇਖ ਭਰਾਵਾ, ਤੇਰੀ ਇੱਜ਼ਤ ਮੇਰੀ ਇੱਜ਼ਤ 'ਚ ਕੋਈ ਫਰਕ ਹੈ? ਤੂੰ ਵੱਡਾ ਭਰਾ, ਮੈਂ ਛੋਟਾ ਭਰਾ, ਅਸੀਂ ਇਕੱਠੇ ਇੱਕ ਪਰਿਵਾਰ 'ਚ ਰਹਿੰਦੇ ਆ। ਜਿਹੋ ਜਿਹੇ ਨਾਨਕ ਜੀ ਤੇਰੇ ਪੁੱਤਰ ਨੇ, ਉਹੋ ਜਿਹੇ ਮੇਰੇ ਪੁੱਤਰ ਨੇ, ਕੋਈ ਵੱਖਰੇ ਆ? ਜੁਆਇੰਟ ਫੈਮਿਲੀ ਉਦੋਂ ਤੇ ਆ ਜੁਆਇੰਟ ਫੈਮਿਲੀ ਨਾਮ ਦਾ ਸ਼ਬਦ ਨਹੀਂ ਸੀ ਹੁੰਦਾ, ਇਹ ਵੀ ਉਦੋਂ ਬਣਿਆ ਜਦੋਂ ਦੁਨੀਆ ਟੁੱਟਣ ਲੱਗ ਪਈ। ਫਿਰ ਟੁੱਟੇ ਤੋਂ ਬਾਅਦ ਕੋਈ ਜੁਆਇੰਟ ਵੀ ਹੁੰਦਾ, ਜੁੜਿਆ ਵੀ ਹੁੰਦਾ ਹੈ। ਉਦੋਂ ਆ ਜੁੜਨਾ ਟੁੱਟਣਾ ਤੇ ਪਤਾ ਹੀ ਨਹੀਂ ਹੁੰਦਾ ਸੀ, ਸਭ ਇਕੱਠੇ ਹੀ ਹੁੰਦੇ ਸੀ। ਕਹਿੰਦੇ ਵੇਖ ਤੇਰੀ ਇੱਜ਼ਤ ਮੇਰੀ ਇੱਜ਼ਤ ਬਸ ਇੱਕੋ ਗੱਲ ਹੈ। ਦੋਹਰਾ ਇੱਕ ਬਨਾਰਸੀ ਮਾਤੇ ਹਮ, ਪਿਤਾ ਇੱਕ शिव राम, हमरा तुमरा भेद नह, है एको सब धाम। ਵੇਖ ਭਰਾਵਾ ਸਾਡਾ ਕੀ ਵੰਡਿਆ, ਸਾਡੀ ਮਾਂ ਬਨਾਰਸੀ ਕੋਈ ਹੈ, ਪਿਤਾ ਸਾਡਾ ਸ਼ਿਵ ਰਾਮ ਇੱਕ ਹੈ, ਅਸੀਂ ਇੱਕ ਮਾਪਿਆਂ ਦੀ ਔਲਾਦ ਹਾਂ। ਤੇ ਜੇ ਗੁਰੂ ਨਾਨਕ ਸਾਹਿਬ ਕਰਕੇ ਤੇਰੀ ਤੋਹੀਨ ਹੁੰਦੀ ਹੈ, ਤੇਰੀ ਬਦਨਾਮੀ ਹੁੰਦੀ ਹੈ, ਮੈਂ ਉਸ ਬਦਨਾਮੀ ਤੋਂ ਬਾਹਰ। ਸਾਡੇ ਘਰ ਦੀ ਇੱਜ਼ਤ ਹੈ, ਘਰ ਦੀ ਗੱਲਬਾਤ ਹੈ। ਅੱਜ ਤੂੰ ਆਪਣੇ ਪੁੱਤ ਤੇ ਹੱਥ ਚੱਕੇ ਤੇ ਮੰਦਾ ਚੰਗਾ ਲੋਕਾਂ ਸਾਹਮਣੇ ਆਖੇਗਾ, ਓਏ ਲੋਕਾਂ ਤੇ ਮਾੜਾ ਕਹਿਣਾ। ਲੋਕ ਕਹਿੰਦੇ ਜਦੋਂ ਘਰ ਦੇ ਹੀ ਕਹਿੰਦੇ ਨੇ ਆਖੋ ਸਤਨਾਮ, ਇਹਦੇ ਨਾਲ ਲੜੋਗੇ। ਦੁਨੀਆ ਨਾਲ ਲੜਨਾ ਸੌਖਾ, ਆਪਣਿਆਂ ਨਾਲ ਲੜਨਾ ਬੜਾ ਔਖਾ ਹੈ। ਜਦੋਂ ਘਰ ਦੇ ਕਹਿਣ ਲੱਗ ਜਾਣ ਨਾ ਤੂੰ ਮਾੜਾ, ਕਿੱਥੇ ਕਿੱਥੇ ਸਫਾਈ ਦਿੰਦੇ ਫਿਰੋਗੇ। ਅਗਲਾ ਕਹਿੰਦੇ ਤੇ ਪਰਿਵਾਰ ਕਹਿੰਦੇ, ਇਹਦੇ ਤੇ ਆਪਣੇ ਕਹਿੰਦੇ ਆ। ਪਰ ਉਸ ਵੇਲੇ ਸਤਿਗੁਰਾਂ ਦੇ ਚਾਚਾ ਜੀ ਨੇ ਮੌਕਾ ਸਾਂਭਿਆ, ਉਹਨਾਂ ਨੂੰ ਪਤਾ ਸੀ ਮਰ ਜੋ ਸੀਸ ਨੀਵਾਂ ਕਰਕੇ ਖੜੇ ਆ, ਪਿਤਾ ਲਿਬਾਸ ਵੇਖ ਕੇ ਭੜ ਕੇ ਲੜ ਪੈਣਗੇ, ਪੁੱਤ ਦੇ ਮਾਰਨਗੇ ਆਪਣੇ ਤੇ। ਪਰ ਉਹਨਾਂ ਮੌਕਾ ਸੰਭਾਲ ਕੇ ਆਖਿਆ, ਕਹਿੰਦੇ ਨਾ ਕਰ, ਤੇਰੇ ਮੇਰੇ ਮਾਪਿਆਂ ਦੀ ਇੱਕ ਇੱਜ਼ਤ ਹੈ। ਜੇ ਅੱਜ ਕਲਿਆਣ ਚੰਦ ਵੀਰਾ ਤੂੰ ਹੱਥ ਚੁੱਕਿਆ ਨਾ, ਇੱਜ਼ਤ ਮਿੱਟੀ ਵਿੱਚ ਤੂੰ ਅੱਜ ਆਪ ਬੁਲਾਏਗਾ। ਚੌਪਈ ਮਨ ਹੋ ਬਚਨ ਕਹਿਓ ਅਬ ਮੇਰਾ,
ਕਥਨ ਸੁਭਾਏ ਅਧਿਕ ਹੈ ਤੇਰਾ। ਤੁਸੀਂ ਆਪ ਵੇਖੋ ਜੀ, ਬਾਪੂ ਜੀ ਨੂੰ ਗੁੱਸਾ ਕਿੰਨਾ ਆਇਆ ਹੋਣਾ, ਭਰਾ ਨੇ ਵਾਸਤੇ ਪਾਏ ਮਾਪਿਆਂ ਦੇ। ਨਾ ਕਰ, ਮੈਨੂੰ ਪਤਾ ਤੇਰਾ ਸੁਭਾਅ ਕਠੋਰ ਹੈ, ਤੇਰੇ ਦਿਲ 'ਚ ਕੁਛ ਨਹੀਂ। ਨਾ ਆਪਾਂ ਕਈ ਵਾਰ ਕਹਿ ਦਿੰਦੇ ਆ, ਯਾਰ ਮੇਰੇ ਦਿਲ 'ਚ ਤੇ ਕੁਛ ਨਹੀਂ। ਭਾਈ ਜੇ ਤੇਰੀ ਜ਼ੁਬਾਨ ਹੀ ਚੱਜਦੀ ਨਹੀਂ, ਫਿਰ ਤੇਰਾ ਦਿਲ ਕਿਹਨੇ ਵੇਖਿਆ? ਮੰਨ ਲਓ ਮੈਂ ਕਿਸੇ ਨਾਲ ਵਿਗਾੜੀ ਤੇ ਮੈਂ ਕਿਹਾ ਜੀ ਮੇਰੇ ਦਿਲ 'ਚ ਤੇ ਕੋਈ ਪਾਪ ਨਹੀਂ ਹੈ, ਪਰ ਮੇਰੀ ਜ਼ੁਬਾਨ ਹੈ। ਭਾਈ ਲੋਕਾਂ ਨੇ ਜ਼ੁਬਾਨ ਦੇਖਣੀ ਹੈ, ਤੇਰੀ ਸਰਜਰੀ ਕਰਕੇ ਥੋੜਾ ਕੋਈ ਵੇਖਦਾ ਤੇਰੇ ਦਿਲ 'ਚ ਕੀ ਹੈ। ਜੋ ਤੇਰੇ ਦਿਲ 'ਚ ਹੈ ਉਹ ਤੇਰੀ ਜ਼ੁਬਾਨ ਤੇ ਹੋਏਗਾ। ਬਾਣੀ ਕੀਤਾ ਨਹੀਂ। ਉਹ ਕਹਿੰਦੇ ਵੇਖ ਤੂੰ ਕਠੋਰ ਹੈ, ਅੰਦਰੋਂ ਵੀ ਕਠੋਰ ਹੈ, ਬੋਲਦਾ ਵੀ ਕੌੜਾ ਹੈ, ਪਰ ਆਹ ਕੌੜਾ ਬੋਲਣ ਦਾ ਵਕਤ ਨਹੀਂ ਹੈ। ਇੱਕ ਵਾਰ ਸਤਿਗੁਰਾਂ ਨੂੰ ਆਪਾਂ ਘਰ ਲੈ ਚੱਲੀਏ। ਆਖੋ ਸਤਿਨਾਮ। ਭਾਵ ਕੀ ਹੈ, ਜਦੋਂ ਗੁਰੂ ਸਾਹਿਬ ਘਰੇ ਆਉਣਗੇ ਆਪਾਂ ਕੁਛ ਨਹੀਂ ਕਵਾਂਗੇ, ਇਹ ਸਾਡੇ ਤੇ ਭਰੋਸਾ ਕਰਨਗੇ। ਅਜੇ ਤੇ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਸਾਡੇ ਤੇ ਵੀ ਮੇਰੇ ਮਾਂ-ਬਾਪ, ਮੇਰੇ ਮਾਤਾ-ਪਿਤਾ ਸਾਨੂੰ ਪ੍ਰੇਮ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜਾਣਦੇ, ਮੋਹ ਕਰਦੇ ਆ, ਇਹ ਤੇ ਪ੍ਰੇਮ ਨਾਲ ਵੇਖਦੇ ਕਦੇ ਨਹੀਂ ਸਾਨੂੰ। ਇਹ ਕਹਿੰਦੇ ਮੇਰਾ ਪੁੱਤ ਮੇਰੇ ਮੁਤਾਬਕ ਚੱਲੇ, ਜਿਵੇਂ ਮੈਂ ਕਹਿੰਦਾ ਉਵੇਂ ਚੱਲੇ। ਚਾਚਾ ਜੀ ਨੇ ਬੜਾ ਸਿਆਣਾ ਫੈਸਲਾ ਲਿਆ, ਉਸ ਵੇਲੇ ਸਮਝਾਇਆ ਕਿ ਵੇਖ ਜਾਣਦਾ ਰਿਹਾ, ਜੇ ਕਿਤੇ ਹੱਥ ਲਾ ਮੈਂ ਵੀ ਤੇਰੇ ਨਾਲ ਖੜਾ, ਮੈਂ ਵੀ ਠਰਮਾ ਰੱਖਿਆ ਨਾ। ਇੱਥੇ ਕਿੰਨੇ ਲੋਕ ਵੇਖਦੇ ਆ, ਤੁਸੀਂ ਬੋਲੋਗੇ ਪਿੰਡ ਸਾਰਾ ਕੀ ਆਖੇਗਾ। ਨਹਿ ਦੁਰਭਾਗ ਬਖਾਨੋ ਕੋ ਰੋਸ ਨਿਵਾਰੋ ਹਿਰਦੇ ਜੋ। ਜਦੋਂ ਸਤਿਗੁਰਾਂ ਦੇ ਪਿਤਾ ਜੀ ਬੇਵਸ ਹੋਏ ਫਿਰਦੇ ਆ, ਕਿਉਂਕਿ ਬੇਵਸੀ ਵਿੱਚ ਨਹੀਂ ਪਤਾ ਲੱਗਦਾ ਬੋਲਿਆ ਕੀ ਹੈ, ਸੁਣਿਆ ਕੀ ਹੈ। ਚਾਚਾ ਜੀ ਨੇ ਘੁੱਟ ਕੇ ਪਿੱਛੇ ਜੱਫੀ ਪਾਈ ਤੇ ਜਾ ਨਹੀਂ ਸਕਦਾ, ਨਾ ਬੋਲ, ਜ਼ੁਬਾਨ ਬੰਦ ਕਰ, ਕੌੜਾ ਨਹੀਂ ਬੋਲਣਾ। ਜਦੋਂ ਕਹਿੰਦੇ ਬਾਰ-ਬਾਰ ਭਰਾ ਛੋਟੇ ਵੀਰ ਡਾਂਟਦੇ ਰਹੇ ਨਾ, ਤੇ ਵੱਡੇ ਵੀਰ ਨੂੰ ਸੋਝੀ ਆ ਗਈ, ਸਮਝ ਆ ਗਈ ਵੀ ਹਾਂ ਲੋਕਾਂ ਸਾਹਮਣੇ ਕਦੇ ਆਪਣੇ ਟੱਬਰ ਨੂੰ ਜਲੀਲ ਨਹੀਂ ਕਰੀਦਾ। ਸਤਿਨਾਮ। ਇਹ ਬਹੁਤ ਵੱਡੀਆਂ ਮੂਰਖਤਾਈ ਦੀਆਂ ਗੱਲਾਂ ਨੇ, ਕੋਈ ਸਿਆਣਪ ਥੋੜੀ ਹੈ। ਤੁਸੀਂ ਲੱਖ ਸਿਆਣੇ ਬਣੇ ਫਿਰੀ ਜਾਓ, ਆਪਣਿਆਂ ਦੀ ਇੱਜ਼ਤ ਆਪ ਹੀ ਮਿੱਟੀ 'ਚ ਰੋੜਦੇ ਫਿਰਦੇ, ਤੁਹਾਨੂੰ ਸਿਆਣਾ ਕੌਣ ਕਰੂ? ਤੁਹਾਡੀ ਇੱਜ਼ਤ ਕੌਣ ਕਰੂਗਾ? ਅਗਲਾ ਕਹਿੰਦਾ ਯਾਰ ਸਾਰੀ ਇਹੋ ਜਿਹੇ ਨੇ। ਪਿਤਾ ਜੀ ਨੇ ਮੌਕਾ ਸੰਭਾਲਿਆ, ਗੁੱਸੇ ਉੱਤੇ ਕਾਬੂ ਪਾਇਆ। ਇਹ ਸਮਝੋ ਵੀ ਆਗੇ ਉੱਤੇ ਨਾ ਪਤੀਲਾ ਪਾਣੀ ਦਾ ਪਿਆ, ਉਬਾਲਾ ਤੇ ਮਾਰਨਾ ਹੀ, ਅੱਜ ਨਹੀਂ ਬੱਜੂ ਕੱਲ ਵੱਜ ਜੂਗਾ, ਪਾਣੀ ਪਿਆਉ ਬਾਹਰ। ਪਰ ਉਹ ਫਿਰ ਸੋਚਿਆ ਵੀ ਹਾਂ ਕੁਛ ਦੇਰ ਮੇਰਾ ਪੁੱਤ ਘਰੇ ਰਹੂਗਾ, ਚਾਰ ਦੀਵਾਰੀ 'ਚ ਬਹਿ ਕੇ ਸਮਝਾਊ। ਲਾਲ ਚੰਦ ਇਹ ਤੇ ਸਮਝਾਉਂਦੇ ਆ, ਕਹਿੰਦੇ ਚਾਰ ਦੀਵਾਰੀ ਵਿੱਚ ਵਾਧਾ ਘਾਟਾ ਹੋ ਜੇ ਕੋਈ ਰੌਲਾ ਨਹੀਂ। ਲੋਕਾਂ ਸਾਹਮਣੇ ਕਦੇ ਆਪਣੇ ਪਰਿਵਾਰ ਨੂੰ ਰੋਈਦਾ ਨਹੀਂ ਹੁੰਦਾ। ਜੇ ਤੂੰ ਆਪ ਹੀ ਕਹੇਗਾ ਮੇਰਾ ਪੁੱਤ ਸਾਧ ਹੈ, ਮੇਰਾ ਪੁੱਤ ਵਿਗੜਿਆ, ਤੇ ਫਿਰ ਜਦੋਂ ਲੋਕ ਕਹਿਣਗੇ ਫਿਰ ਗੁੱਸਾ ਕਾਹਦਾ ਹੈ? ਤੇ ਤੁਹਾਨੂੰ ਇਹ ਗੁੱਸਾ ਨਾ ਵੀ ਲੋਕ ਕਹਿੰਦੇ ਮੇਰਾ ਪੁੱਤ, ਤੇਰਾ ਪੁੱਤ ਸਾਧ ਹੋ ਗਿਆ, ਕਮਾਉਂਦਾ ਨਹੀਂ, ਪਰ ਉਹ ਕਹਿੰਦੇ ਤੂੰ ਆਪ ਬੋਲਦਾ ਫਿਰਦਾ ਹੈ, ਤੂੰ ਆਪ ਭੰਡਦਾ ਫਿਰਦਾ। ਕਲਿਆਣ ਚੰਦ, ਤੂੰ ਜੇ ਤੇਰੇ ਪੁੱਤ ਨੇ ਘਰੇ ਰਹਿਣਾ ਉਹਨੇ ਤਾਂ ਵੀ ਨਹੀਂ ਰਹਿਣਾ, ਕਿਉਂਕਿ ਤੂੰ ਆਪਣੇ ਆਪ ਨੂੰ ਕੰਟਰੋਲ ਨਹੀਂ ਕਰਦਾ। ਚਲੋ ਸਤਿਗੁਰਾਂ ਦੇ ਪਿਤਾ ਨੇ ਆਪਣਾ ਆਪ ਕਾਬੂ ਕੀਤਾ। ਲਾਲ ਚੰਦ ਜੀ ਉਹਨਾਂ ਨੂੰ ਇੱਕ ਪਾਸੇ ਕਰਕੇ ਸਤਿਗੁਰਾਂ ਦੇ ਕੋਲ ਆਏ, ਕਹਿੰਦੇ ਮਹਾਰਾਜ ਮਾਫ ਕਰਿਓ। ਦੇਖੋ ਚਾਚਾ ਜੀ ਦੀ ਸ਼ਰਧਾ, ਨਜ਼ਰੀਆ ਹੈ ਤੇ ਚਾਚਾ ਜੀ ਨੇ ਪਿਓ ਦੇ ਛੋਟੇ ਭਰਾ ਨੇ ਨਾ, ਫਰਕ ਕਿੰਨਾ ਬੋਲ ਬਾਣੀ। ਬੰਦਾ ਚੰਗਾ ਮਾੜਾ ਨਹੀਂ ਹੁੰਦਾ, ਬੋਲ ਚਾਲ ਹੀ ਉਹਦਾ ਗਹਿਣਾ ਹੁੰਦਾ। ਖੋਸਾ ਦਾ ਨਾਮ। ਜੇ ਬੰਦਾ ਜ਼ੁਬਾਨ ਤੋਂ ਚੁਗਲੀ ਕਰਦਾ, ਜਿੰਨਾ ਮਰਜ਼ੀ ਚੰਗਾ ਹੋਵੇ, ਚੰਗਾ ਲੱਗਦਾ ਹੀ ਨਹੀਂ। ਜਿਹਦੇ ਦਿਲ ਦੇ ਵਿੱਚ ਪ੍ਰੇਮ ਆ ਨਾ, ਉਹਦੀ ਜ਼ੁਬਾਨ ਮਿੱਠੀ ਹੈ, ਤੇ ਜਿਹਦੀ ਲੋੜ ਤੋਂ ਵੱਧ ਕਿ ਓਵਰਡੋਜ਼ ਹੋਵੇ ਉਹ ਠੱਗ ਹੁੰਦਾ ਹੈ। ਠੱਗ ਦਾ ਕੀ ਹੈ? ਉਹਦੀਆਂ ਮਿੱਠੀਆਂ ਗੱਲਾਂ ਧਾਰਮਿਕ ਥਾਵਾਂ ਤੇ ਹੋਣਗੀਆਂ, ਮੰਦਰ ਮਸਜਿਦ ਵਿੱਚ ਤੁਹਾਨੂੰ ਬੜੇ ਮਿਲਣਗੇ, ਆਓ ਜੀ ਜੋੜੇ ਜਮਾ ਕਰਾਓ ਜੀ, ਝਾੜੂ ਲਾਓ ਜੀ, ਪਾਣੀ ਪੀਓ ਜੀ, ਚਾਹ ਪੀਓ ਜੀ, ਬੜਾ ਕਰਦੇ ਆ। ਕਦੇ ਉਹਨਾਂ ਨੂੰ ਆਪਣੀ ਦੁਕਾਨ ਤੇ ਬਿਜ਼ਨਸ ਤੇ ਮਿਲੋ, ਓਏ ਇੱਧਰ ਰਹੋ। ਰਸਤੇ 'ਚ ਕੋਈ ਦਰਵਾਜ਼ੇ ਮੂਹਰੇ ਖੜਾ ਨਾ, ਇੱਥੇ ਕੀ ਕਰਦਾ ਹੈ ਭਾਈ, ਅੱਗੇ ਹੋ ਜਾ। ਇਹ ਕੌਣ ਹੈ? ਇਹਦੀ ਵੀਡੀਓਗ੍ਰਾਫੀ ਕਰਿਓ। ਧਾਰਮਿਕ ਥਾਂ ਤੇ ਖੜੇ ਦੀ ਵੀ ਉੱਥੇ ਕੀ ਹੈ ਤੇ ਇੱਥੇ ਕੀ ਹੈ। ਮਿੱਠਾ ਬੰਦਾ ਕਿਹੜਾ ਦਿਲੋਂ, ਜਿਹੜਾ ਘਰੇ ਵੀ ਇੱਜ਼ਤ ਨਾਲ ਬੋਲਦਾ, ਸਾਰਿਆਂ ਨੂੰ ਉੱਥੇ ਵੀ ਸਤਿਕਾਰ ਕਰਦਾ ਹੈ, ਧਾਰਮਿਕ ਥਾਵਾਂ ਤੇ ਮੰਦਰ ਮਸਜਿਦ ਗੁਰਦੁਆਰੇ ਆ ਕੇ ਉੱਥੇ ਵੀ ਇੱਜ਼ਤ ਨਾਲ ਬੋਲਦਾ ਹੈ, ਉਹ ਹੈ ਉਹਦਾ ਜੀਵਨ ਦੀ ਝਲਕ ਹੈ। ਹੁਣ ਪਿਤਾ ਜੀ ਘਰੇ ਵੀ ਕੌੜਾ, ਬਾਹਰ ਕਿਵੇਂ ਮਿੱਠਾ ਬੋਲਣ ਗਿਆ। ਆਖੋ ਸਤਿਨਾਮ। ਤੁਸੀਂ ਬਚਪਨ ਦੀਆਂ ਘਟਨਾਵਾਂ ਸੁਣੀਆਂ, ਉੱਥੇ ਕੀ ਕੁਝ ਕਰਦੇ ਰਹੇ ਆ? ਇਹ ਕਿਉਂ ਹੋ ਰਿਹਾ? ਕਿ ਸਤਿਗੁਰਾਂ ਦੇ ਪਿਤਾ 'ਚ ਕਮੀ ਹੈ ਕੋਈ? ਨਹੀਂ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਪਣੀ ਵਰਤਾਈ ਹੋਈ ਖੇਡ ਹੈ। ਸਤਿਗੁਰ ਆਪ ਹੀ ਨਜ਼ਰ ਭਰ ਕੇ ਬਾਪੂ ਜੀ ਤੇ ਮੋਹ ਦਾ ਪਰਦਾ ਪਾ ਦਿੰਦੇ ਆ, ਤੇ ਬਾਪੂ ਜੀ ਗਰਮ ਹੋ ਜਾਂਦੇ ਆ। ਫਿਰ ਚਾਚਾ ਜੀ ਆਏ ਵਿੱਚ ਸਮਝੌਤਾ ਕਰਾਉਣ ਬਹਿ ਗਏ ਕੋਲੇ, ਕਹਿੰਦੇ ਪੁੱਤਰ ਵੇਖ, ਮੈਂ ਵੀ ਤੇਰੇ ਪਿਤਾ ਸਮਾਨ ਆ, ਮੈਂ ਤੇਰਾ ਚਾਚਾ ਹਾਂ। ਬਾਪੂ ਕਹਿੰਦੇ ਹਾਂਜੀ ਚਾਚਾ ਜੀ। ਹੱਥ ਜੋੜੇ ਗੁਰੂ ਸਾਹਿਬ, ਕਹਿੰਦੇ ਪੁੱਤ ਬਾਹਰ ਨਹੀਂ ਬੈਠੀਦਾ ਹੁੰਦਾ,
ਮਾਪੇ ਮਾਪੇ ਹੀ ਹੁੰਦੇ ਆ, ਕੋਈ ਨਹੀਂ ਪੁੱਛਦਾ ਮਾਪਿਆਂ ਬਿਨਾ। ਚੱਲ ਪੁੱਤ ਫਿਰ ਆਪਾਂ ਘਰ ਚੱਲੀਏ। ਸਤਿਗੁਰ ਕਹਿੰਦੇ ਚਾਚਾ ਜੀ ਕਿਹੜੇ ਘਰ? ਮੈਂ ਕਿਸੇ ਘਰ ਨੂੰ ਨਹੀਂ ਜਾਣਦਾ। ਆਖੋ ਸਤਿਨਾਮ। ਸਮਾਂ ਸਮਾਪਤ ਹੈ। ਇਹ ਬੜੀਆਂ ਗਹਿਰੀਆਂ ਗੱਲਾਂ ਨੇ, ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਕੋਈ ਉਹਦੇ ਰਾਮਜਾਂ ਦੇ, ਉਹਨਾਂ ਰਾਮਜਾਂ ਦੇ ਵਿੱਚ ਹੀ ਸਿੱਖ ਦਾ ਜੀਵਨ ਸਮੋਇਆ ਹੋਇਆ ਹੈ। ਕੀ ਮਰਦ ਚੋਜ ਵਰਤਾਉਣਗੇ ਚੰਦਰ ਭਾਂਜੀ ਦੇ ਖੂਹ ਉੱਤੇ, ਕੱਲ ਦੇ ਦੀਵਾਨਾਂ ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।